ਮੇਰੇ ਖਿਆਲ ਨਾਲ ਬਹੁਤ ਘੱਟ ਬੰਦੇ ਐਸੇ ਹੁੰਦੇ ਨੇ ਜਿਹੜੇ ਪਾਰਟੀ 'ਚ ਰਹਿ ਕੇ ਪਾਰਟੀ ਦੇ ਕੁਝ ਮੁੱਦਿਆਂ ਦੇ ਅਗੇਂਸਟ ਆਵਾਜ਼ ਚੁੱਕਣ। ਦੂਸਰੀ ਤਰਫ ਉਹ ਪਾਰਟੀ ਹੈਗੀ ਹੈ ਜਿਹੜੀ ਦੋ ਸੰਗਰਾਂਦਾਂ ਦੋ ਗੁਰਪੁਰਬ ਮਨਾਉਂਦੀ ਸੀ ਆਪਣੇ ਗੁਰਦੁਆਰਿਆਂ ਦੇ ਵਿੱਚ, ਤੇ ਦਸਮ ਗ੍ਰੰਥ ਦੀ ਬਾਣੀ ਨੂੰ ਕਿੰਤੂ ਪਰੰਤੂ ਕਰਦੇ ਨੇ। ਐਲੀਗੇਸ਼ਨ ਲੱਗਣ ਦੇ ਉੱਪਰ ਹੀ ਆਪਣੀ ਪ੍ਰਧਾਨਗੀ ਤੋਂ ਰਿਜ਼ਾਈਨ ਕਰਤਾ ਜਸਟ। ਨਹੀਂ ਤਾਂ ਲੋਕੀ ਅੱਜ ਦੋ FIR ਦਰਜ ਹੋਈਆਂ ਨੇ, ਇੱਕ ਵੀ ਰਿਜ਼ਾਈਨ ਨਹੀਂ ਹੋਇਆ। ਹੁੰਦਾ ਨਾ ਰਿਜ਼ਾਈਨ, ਇਹਦਾ ਮਤਲਬ ਲਾਲਚ ਕਿਹਨੂੰ ਹੈ? ਤਿਲਕ ਨਗਰ ਜਿਹੜੀ ਸੰਗਤ ਦੇ ਵਿੱਚ ਜਿਹੜਾ ਸੋਚ ਹੈਗੀ ਹੈ, ਇੱਕ ਤੇ ਨਵੇਂ ਚਿਹਰੇ ਦੀ ਸੋਚ ਹੈ ਉਹਨਾਂ ਦੀ, ਦੂਜਾ ਉਹਨਾਂ ਦੀ ਸੋਚ ਸਰਦਾਰ ਮਨਜੀਤ ਸਿੰਘ ਜੀ ਪਤੀ ਹੈਗੇ ਨੇ, ਜਿਹੜੇ ਉਹਨਾਂ ਦੇ ਕੰਮ ਸੇਵਾਵਾਂ ਜਿਹੜੀਆਂ ਉਹਨਾਂ ਨੇ ਸੰਗਤ ਔਰ ਪੰਥ ਵਾਸਤੇ ਕੀਤੀਆਂ। ਜਿਹੜੇ ਪਿਛਲੇ 4 ਸਾਲ ਦੇ ਕੈਂਡੀਡੇਟ ਲੜੇ ਨੇ ਉਹ ਕਿੱਥੇ ਨੇ? 4 ਸਾਲ ਨਜ਼ਰ ਹੀ ਨਹੀਂ ਆਏ। ਉਹਦੇ ਵਿੱਚ ਭੇਦਭਾਵ ਨਹੀਂ ਕੀਤਾ ਉਹਨੇ ਬਿਮਾਰੀ ਨੇ, ਮਗਰ ਅਸੀਂ ਲੋਕਾਂ ਨੇ ਕੀਤਾ। ਤੁਸੀਂ ਸੋਚਿਆ ਸੁਣਿਆ ਹੋਏਗਾ ਅਵਤਾਰ ਸਿੰਘ ਹਿੱਤੋਰਾ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਬੋਲਿਆ ਸੀ ਕਿ ਮੈਨੂੰ ਇੱਕ ਵੀ ਰਾਸ਼ਨ ਦਾ ਪੈਕਟ ਨਹੀਂ ਆਇਆ। ਮੈਂ 850 ਦੇ ਕਰੀਬ ਵੋਟ ਬਣਾਈ ਹੈ, ਔਰ ਇਸ ਕਰਕੇ ਬਣਾਈ ਹੈ ਕਿ ਇੱਕ ਸਿੱਖ ਦੀ ਵੋਟ ਬਣੇ ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਦਿੱਲੀ 'ਚ ਸਿੱਖ ਕਿਹਨਾਂ ਰਹਿੰਦਾ। ਪਹਿਲੇ ਤੇ ਹਰ ਮੂੰਹ ਦੇ ਨਾਮ ਸੀ, ਪਰਮਜੀਤ ਸਿੰਘ ਰਾਣਾ ਚੇਅਰਮੈਨ ਹੈਗਾ ਜੀ, ਸਮਾਗਮ ਹੁੰਦੇ ਸੀ, ਜਫਰਨਾਮੇ ਦੇ ਉੱਪਰ ਕਥਾ ਹੁੰਦੀ ਸੀ, ਸਭ ਕੁਝ ਹੁੰਦਾ ਸੀ। ਇਹ 2 ਸਾਲਾਂ 'ਚ ਕਿੱਥੇ ਗਿਆ ਧਰਮ ਪ੍ਰਚਾਰ? ਤੇ ਮਿਨੋਰਟੀ ਦਾ ਆਫਿਸ ਚੁੱਕ ਕੇ ਤੁਸੀਂ ਉੱਥੇ ਦੇਤਾ। ਬੱਚਿਆਂ ਦੀ ਫੀਸਾਂ ਦਿੱਕਤ ਆ ਗਈ, 2 ਸਾਲ ਦੀ ਫੀਸ ਆਈ ਨਹੀਂ ਅਕਾਊਂਟਾਂ ਦੇ ਵਿੱਚ। ਹੁਣ ਉਹ ਬੰਦੇ ਕੀ ਕਰਨਗੇ? ਬੱਚਿਆਂ ਦੇ ਸਕੂਲ ਦੀ ਪਰੇਸ਼ਾਨੀ ਹੋ ਗਈ ਸ਼ੁਰੂ। ਅੱਜ 15 ਸਾਲ ਕੇਸ ਚੱਲੇਗਾ, ਸਿਰਸਾ ਸਾਹਿਬ ਹੋਣ ਨਾ ਹੋਣ, ਜੀਕੇ ਸਾਹਿਬ ਹੋਣ ਨਾ ਹੋਣ, ਮੈਂ ਹੋਵਾਂ ਨਾ ਹੋਵਾਂ, ਤੇ ਉਹ ਵਿਚਾਰੇ ਤੇ 50 ਗਜ ਦਾ ਮਕਾਨ ਵਿਕ ਜਾਏਗਾ ਉਹਦਾ ਤਾਂ ਵਿਚਾਰੇ ਦਾ। ਪਹਿਲੇ ਅਸੀਂ ਸਿੱਖ ਹਾਂ, ਫਿਰ ਜਾਗੋ ਜਾਂ ਦੂਜੀ ਪਾਰਟੀ ਹੈਗੇ ਹਾਂ। ਅਸੀਂ ਜਿਹੜੀ ਚਿੱਠੀ ਦਿੱਤੀ ਸੀ ਇਸ ਸਾਹਿਬ ਨੂੰ, ਜਿਹਦੇ ਵਿੱਚ 2 ਫੌਂਟ ਸੀ ਤੇ ਸਰਦਾਰ ਮਨਜੀਤ ਸਿੰਘ ਜੀ ਕੇ ਦੇ ਸਾਈਨ ਕੀਤੇ ਗਏ ਸੀ, ਉਹਦੇ ਪੁੱਛਿਆ ਗਿਆ ਜੀ ਜੀਕੇ ਸਾਹਿਬ ਨੇ ਕਿਹਾ ਸਾਹਿਬ ਚਿੱਠੀ ਕਿਹਨੇ ਦਿੱਤੀ? ਕਹਿੰਦੇ ਸਰਦਾਰ ਸਿਰਸਾ ਜੀ ਨੇ ਦਿੱਤੀ, ਤੇ ਸਾਈਨ ਡੁਪਲੀਕੇਟ ਸੀ। 2017 ਦੀ ਗੱਲ ਕਰਦੇ ਹਾਂ। ਹਮੇਸ਼ਾ ਆਪਾਂ ਪਿਛਲੇ ਲਗਭਗ 2 ਦਿਨਾਂ ਤੋਂ ਜਿਹੜਾ ਕਿ ਹੈ ਇੱਕ ਕੈਂਡੀਡੇਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣਾਂ ਹੋ ਰਹੀਆਂ ਨੇ, ਸਾਰਿਆਂ ਤੇ ਨਜ਼ਰ ਬਣਾਏ ਰੱਖੀਆਂ। ਸਭ ਤੋਂ ਪਹਿਲਾਂ ਅਸੀਂ ਜਾਗੋ ਪਾਰਟੀ ਦੇ तमाम ਕੈਂਡੀਡੇਟਾਂ ਦੇ ਨਾਲ ਜਿਹੜੀ ਗੱਲਬਾਤ ਕਰ ਰਹੇ, ਕਿਉਂਕਿ ਕੁਝ ਕੈਂਡੀਡੇਟ ਇਸ ਤਰੀਕੇ ਦੇ ਵੀ ਨੇ ਜਿਹੜੇ ਨਵੇਂ ਚਿਹਰੇ ਜਿਹੜੇ ਕਿ ਇਸ ਵਾਰ ਦੇਖਣ ਨੂੰ ਮਿਲ ਸਕਦੇ ਨੇ। ਭਾਵੇਂ ਉਹ ਜਾਗੋ ਪਾਰਟੀ ਦੀ ਗੱਲ ਕਰ ਲਈ, ਭਾਵੇਂ ਉਹ ਸਰਨਾ ਭਰਾਵਾਂ ਦੀ ਗੱਲ ਕਰੀਏ, ਇਸ ਤੋਂ ਇਲਾਵਾ ਹੋਰ ਵੀ ਜਿੰਨੀ ਵੀ ਪੰਥਕ ਪਾਰਟੀਆਂ ਜਿਹੜੀਆਂ ਕਿ ਨੇ, ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸਿੱਖ ਸਦਭਾਵਨਾ ਦਲ, ਜਾਂ ਫਿਰ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਕੁਝ ਨਵੇਂ ਚਿਹਰੇ ਜਿਹੜੇ ਕਿ ਨੇ ਇਸ ਵਾਰ 2021 ਦੀ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ। ਇਸ ਵੇਲੇ ਅਸੀਂ ਸਭ ਤੋਂ ਖਾਸ ਸੀਟ ਤਿਲਕ ਨਗਰ ਦੀ ਸੀਟ, ਜਿਹਨੂੰ ਇੱਕ ਤਰੀਕੇ ਨਾਲ ਮੈਂ ਕਹਿ ਸਕਦਾ ਕਿ ਮਿਨੀ ਪੰਜਾਬ ਵੀ ਕਿਹਾ ਜਾਂਦਾ, ਉਸ ਸੀਟ 'ਤੇ ਅਸੀਂ ਮੌਜੂਦ ਹੈਗੇ ਹਾਂ। ਮੇਰੇ ਨਾਲ ਇਸ ਵੇਲੇ ਜਾਗੋ ਪਾਰਟੀ ਦੇ ਕੈਂਡੀਡੇਟ ਸਰਦਾਰ ਕੰਵਲਜੀਤ ਸਿੰਘ ਜੀ ਜੌਲੀ ਮੇਰੇ ਨਾਲ ਮੌਜੂਦ ਨੇ। ਗੱਲਬਾਤ ਕਰਦੇ ਹਾਂ ਕਿਸ ਹਿਸਾਬ ਨਾਲ ਉਹਨਾਂ ਦੀ ਕੀ ਸੋਚਣੀ ਹੈਗੀ ਹੈ, ਕਿਉਂਕਿ ਇਸ ਵਾਰ ਦਾ ਇਲੈਕਸ਼ਨ ਜਿਹੜਾ ਕਿ ਹੈ ਕਹਿ ਸਕਦੇ ਹਾਂ ਕਿ ਕੈਂਡੀਡੇਟ ਨੂੰ ਦੇਖਦੇ ਹੋਏ ਰੱਖਿਆ ਜਾਏਗਾ। ਕਿਉਂਕਿ 2017 ਦੀ ਗੱਲ ਕਰੀਏ ਤਾਂ ਇੱਕ ਹਵਾ ਸੀਗੀ, ਇੱਕ ਮਤਲਬ ਵੱਖਰੇ ਤੌਰ 'ਤੇ ਦੇਖਣ ਨੂੰ ਮਿਲਦੇ ਸੀਗੇ ਕਿ 2 ਦੇ ਵਿੱਚ ਜਿਹੜਾ ਕਿ ਇੱਕ ਇਲੈਕਸ਼ਨ ਜਿਹੜੀ ਦੇਖਣ ਨੂੰ ਮਿਲਦੀ 2017 ਦੀ, ਬਟ 2021 ਜਿਹੜੀ ਕਿ ਹੈ ਕਿਤੇ ਨਾ ਕਿਤੇ ਕੈਂਡੀਡੇਟਸ ਨੂੰ ਦੇਖਦੇ ਹੋਏ ਇਹ ਇਲੈਕਸ਼ਨ ਦੇਖੀ ਜਾ ਰਹੀ ਹੈ। ਗੱਲਬਾਤ ਕਰਦੇ ਹਾਂ ਕੰਵਲਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਸੋਚਣੀ ਸੀਗੀ ਕਿ ਬਈ ਮੈਂ ਧਰਮ ਦੀ ਰਾਜਨੀਤੀ ਦੇ ਵਿੱਚ ਆਵਾਂ? ਸਭ ਤੋਂ ਵੱਡੀ ਗੱਲ, ਕਿਉਂਕਿ ਹਮੇਸ਼ਾ ਤੁਹਾਨੂੰ ਦੇਖਿਆ ਗਿਆ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਨਾਲ ਹੀ ਰਹੇ ਹੋ, ਤੁਸੀਂ ਆਪਣੇ ਆਈਡਲ ਵੀ ਮੰਨਦੇ ਹੋ ਉਹਨਾਂ ਨੂੰ, ਤਾਂ ਉਹਨਾਂ ਨਾਲ ਹੀ ਦੇਖਣ ਨੂੰ ਮਿਲਿਆ ਸੀਗਾ। ਪਰ ਹੁਣ ਤੁਸੀਂ ਉਹਨਾਂ ਦੀ ਪਾਰਟੀ ਵੱਲੋਂ ਉਹਨਾਂ ਦੀ ਟਿਕਟ 'ਤੇ ਜਿਹੜਾ ਕਿ ਹੁਣ ਚੋਣ ਲੜਨ ਜਾ ਰਹੇ ਹੋ, ਕੀ ਸੋਚਣੀ ਹੈ? ਵੀਰ ਜੀ, ਜਸਮੀਤ ਵੀਰ ਜੀ, ਸਭ ਤੋਂ ਪਹਿਲੇ ਤਾਂ ਮੈਂ ਜੋ ਤੁਸੀਂ ਆਪਣੇ ਹੁਣੇ ਬਿਆਨ ਕੀਤੀ ਗੱਲ ਕਿ ਜਿਹੜਾ ਇਹ ਇਲੈਕਸ਼ਨ ਹੈਗਾ ਕੈਂਡੀਡੇਟ ਨੂੰ ਦੇਖ ਕੇ ਹੋਏਗਾ, ਔਰ 2017 ਦਾ ਇਲੈਕਸ਼ਨ ਜਿਹੜਾ ਪਾਰਟੀ ਨੂੰ ਦੇਖ ਕੇ ਹੋਇਆ, ਇਹਦੇ ਤੋਂ ਮੈਂ ਗੱਲ ਡਿਫਰ ਕਰਾਂਗਾ। 2017 ਦੀ ਇਲੈਕਸ਼ਨ ਵੀ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਦੇਖ ਕੇ ਹੋਈ ਸੀ, ਤੇ ਇਹ ਇਲੈਕਸ਼ਨ ਵੀ ਸਰਦਾਰ ਮਨਜੀਤ ਸਿੰਘ ਜੀਕੇ ਦੇ ਚਿਹਰੇ ਨੂੰ ਵੋਟ ਪਏਗੀ। ਕਿਉਂਕਿ ਪਰ ਉਸ ਵੇਲੇ 2 ਠੀਕ ਹੈ ਨਾ, ਪਰ ਉਸ ਵੇਲੇ 2 ਜਿਹੜੇ ਕਿ ਸੀਗੇ ਸਰਨਾ ਭਰਾਵਾਂ ਦੇ, ਔਰ ਤੁਸੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਮਿਲ ਕੇ ਚੋਣਾਂ ਲੜੀਆਂ ਸੀ, ਪਰ ਹੁਣ ਇਸ ਵੇਲੇ 3 ਪਾਰਟੀਆਂ ਹੋ ਚੁੱਕੀਆਂ ਨੇ। ਮੈਂ ਆਪ ਜੀ ਥੋੜੀ ਮੈਂ ਗੱਲ ਕਰਾਂਗਾ ਕਿ ਦੇਖੋ, ਸਭ ਤੋਂ ਪਹਿਲੇ ਜਿਹੜੀ ਇਲੈਕਸ਼ਨ 2021 ਦੀ ਗਿਣੀ ਜਾਏ ਤੇ 3 ਧੜੇ ਗਿਣੇ ਜਾਂਦੇ ਨੇ, ਤੇ 3 ਧੜੇ ਦੇ ਵਿੱਚ ਸਭ ਤੋਂ ਪਹਿਲੇ ਅਗਰ ਜਿਹੜਾ ਮੌਜੂਦਾ ਧੜਾ ਹੈਗਾ ਸ਼੍ਰੋਮਣੀ ਅਕਾਲੀ ਦਲ, ਉਸ ਧੜੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਕੇ ਰਹਿ ਕੇ ਮੇਰੇ ਖਿਆਲ ਨਾਲ ਬਹੁਤ ਘੱਟ ਬੰਦੇ ਐਸੇ ਹੁੰਦੇ ਨੇ ਜਿਹੜੇ ਪਾਰਟੀ 'ਚ ਰਹਿ ਕੇ ਪਾਰਟੀ ਦੇ ਕੁਝ ਮੁੱਦਿਆਂ ਦੇ ਅਗੇਂਸਟ ਆਵਾਜ਼ ਚੁੱਕਣ, ਤੇ ਉਹ ਆਵਾਜ਼ ਸਿਰਫ ਸਰਦਾਰ ਮਨਜੀਤ ਸਿੰਘ ਜੀਕੇ ਸਾਹਿਬ ਨੇ ਚੁੱਕੀ। ਮੈਂ ਉਹਨਾਂ ਨੂੰ ਪੰਥ ਪ੍ਰਸਤੀ ਸਮਝਦਾ ਵਾਂ। ਤੇ ਇੱਕ ਤਰਫ ਸਾਡੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸੰਭਾਲ ਸਕੇ, 328 ਸਰੂਪਾਂ ਨੂੰ ਅੱਜ ਤੱਕ ਸਾਨੂੰ ਨਹੀਂ ਪਤਾ ਲੱਗਾ ਕਿ 328 ਸਰੂਪਾਂ ਦਾ ਕਿੱਧਰ ਗਏ ਨੇ, ਕੀ ਹੈ। ਗਾਜਗਿਰੀ ਜਿਹੜੇ ਨੀਚੇ ਦੇ ਆਫੀਸਰ ਹੈਗੇ ਨੇ ਉਹਨਾਂ ਤੇ ਗਾਜਗਿਰੀ। ਦੂਸਰੀ ਤਰਫ ਉਹ ਪਾਰਟੀ ਹੈਗੀ ਹੈ
ਜਿਹੜੀ ਦੋ ਸੰਗਰਾਨਾ ਦੋ ਗੁਰਪੁਰਬ ਮਨਾਉਂਦੇ ਸੀ ਆਪਣੇ ਗੁਰਦੁਆਰਿਆਂ ਦੇ ਵਿੱਚ, ਤੇ ਦਸਮ ਗ੍ਰੰਥ ਦੀ ਬਾਣੀ ਨੂੰ ਕਿੰਤੂ ਪਰੰਤੂ ਕਰਦੇ ਨੇ। ਫਿਰ ਉਹਨਾਂ ਦੇ ਹਿਸਾਬ ਨਾਲ ਤੇ ਜਿਹੜਾ ਸਾਡਾ ਹਜੂਰ ਸਾਹਿਬ ਤਖਤ ਹੈਗਾ ਤੇ ਪਟਨਾ ਸਾਹਿਬ ਜਿਹੜੇ ਤਖਤ ਹੈਗੇ ਨੇ, ਜਿੱਥੇ ਦਸਮ ਗ੍ਰੰਥ ਨੂੰ ਪ੍ਰਕਾਸ਼ ਵੀ ਕੀਤਾ ਜਾਂਦਾ ਉਹਨਾਂ ਦਾ, ਤੇ ਉਹਨਾਂ ਦੀ ਹੋਣ ਤੇ ਉਹਨਾਂ ਦਾ ਸਵਾਲੀਆ ਨਿਸ਼ਾਨ ਚੁੱਕਦੇ ਨੇ ਉਹ। ਪਰ ਗੱਲ ਕਰੀਏ ਆਪਾਂ ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਕਿ ਬਈ ਦੋਵੇਂ ਪਾਰਟੀਆਂ ਜਿਹੜੀਆਂ ਕਿ ਮਤਲਬ ਸਰਨਾ ਪਾਰਟੀ ਵੀ ਤੁਸੀਂ ਗੱਲ ਕਰ ਰਹੇ ਹੋ ਜਾਂ ਤੁਸੀਂ ਰੂਲਿੰਗ ਪਾਰਟੀ ਦੀ ਵੀ ਜਿਹੜੀ ਗੱਲ ਕੀਤੀ, ਅਕਾਲੀ ਦਲ ਨੇ ਤੁਹਾਨੂੰ ਵੀ ਤਾਂ ਮੁੰਡਿਆਂ ਤੇ ਭਾਰ ਦਿੱਤਾ ਸੀਗਾ ਇੱਕ ਟਾਈਮ ਦੇ ਵਿੱਚ, ਵੈਸਟ ਦਿੱਲੀ ਵਿੱਚ ਤੁਹਾਨੂੰ ਵੀ ਭਾਰ ਦਿੱਤਾ ਸੀ, ਪਰ ਤੁਸੀਂ ਵੀ ਉਸ ਭਾਰ ਨੂੰ ਸਾਈਡ ਕਰਕੇ ਤੁਸੀਂ ਹੁਣ ਮਨਜੀਤ ਸਿੰਘ ਜੀਕੇ ਨਾਲ ਆ ਗਏ। ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਹਮੇਸ਼ਾ ਪੰਥਕ ਸਮਝਦਾ ਸੀ ਕਿ ਪੰਥਕ ਹੈ ਸਦਾ। ਔਰ ਮੈਂ ਜਦ ਪਾਰਟੀ ਜੁਆਇਨ ਕੀਤੀ ਤੇ ਸਰਦਾਰ ਮਨਜੀਤ ਸਿੰਘ ਜੀਕੇ ਜੀ ਨੇ ਮੈਨੂੰ ਜੁਆਇਨ ਕਰਾਈ ਸੀ ਪਾਰਟੀ, ਔਰ ਅੱਜ ਵੀ ਮੈਨੂੰ ਯਾਦ ਹੈ ਜਿਹੜਾ ਅਹੁਦਾ ਮੈਨੂੰ ਮਿਲਿਆ ਸੀ ਵੈਸਟ ਦਿੱਲੀ ਦੇ ਵਿੱਚ, ਉਹ ਸਰਦਾਰ ਮਨਜੀਤ ਸਿੰਘ ਜੀਕੇ ਜੀ ਨੇ ਦਿੱਤਾ ਸੀ। ਤੇ ਜਦ ਮਨਜੀਤ ਸਿੰਘ ਜੀਕੇ ਨੂੰ ਦੇ ਉੱਪਰ ਐਲੀਗੇਸ਼ਨ ਲੱਗੇ ਉਹਨਾਂ ਨੇ, ਤੇ ਉਹਨਾਂ ਨੇ ਹੀ ਐਲੀਗੇਸ਼ਨ ਲੱਗਣ ਦੇ ਉੱਪਰ ਹੀ ਆਪਣੀ ਪ੍ਰਧਾਨਗੀ ਤੋਂ ਰਿਜ਼ਾਈਨ ਕਰਤਾ ਜਸਟ। ਨਹੀਂ ਤਾਂ ਲੋਕੀ ਅੱਜ 2 FIR ਦਰਜ ਹੋਈਆਂ ਨੇ, ਇੱਕ ਵੀ ਰਿਜ਼ਾਈਨ ਨਹੀਂ ਹੋਇਆ ਹੁੰਦਾ ਨਾ ਰਿਜ਼ਾਈਨ। ਫਿਰ ਇਹਦਾ ਮਤਲਬ ਲਾਲਚ ਕਿਹਨੂੰ ਹੈ? ਲਾਲਚ ਉੱਥੋਂ ਪਤਾ ਲੱਗਦਾ ਲਾਲਚ ਕਿਹਨੂੰ ਹੈ। ਕਿ ਵੀ 2 ਸਾਲ ਬੇਮਿਸਾਲ ਹੈ, ਉਹਨਾਂ ਨੇ ਤਾਂ ਪਿਛਲੀ ਕੀਤੀ ਕਰਾਈ ਵੀ ਜਿਹੜੀ ਹੈ, ਭਾਵੇਂ ਅਵਤਾਰ ਸਿੰਘ ਹਿੱਤ ਦੇ ਟਾਈਮ ਦੀ ਵੀ ਜਿਹੜੀ ਜਥੇਦਾਰੀ ਸੀਗੀ, ਜਿਹੜੀ ਪ੍ਰਧਾਨਗੀ ਸੀਗੀ, ਉਹਨੂੰ ਵੀ ਇੱਕ ਪਾਸੇ ਖੂੰਜੇ ਕਰਤਾ ਕਿ ਬਈ ਜਿਹੜਾ ਹੈ ਇਸ ਵਾਰ 2 ਸਾਲ ਬੇਮਿਸਾਲ, 2 ਸਾਲਾਂ ਦੇ ਵੀ ਜਿਹੜੇ ਕੰਮ ਹੋਏ ਨੇ ਨਾ 6 ਸਾਲਾਂ ਦੇ ਵੀ ਮਨਜੀਤ ਸਿੰਘ ਜੀਕੇ ਦੇ ਹੋਏ ਨੇ, ਨਾ ਸਰਨਾ ਭਰਾਵੇਂ ਤੇ ਨਾ ਉਸ ਤੋਂ ਪਹਿਲਾਂ ਹੋਏ ਨੇ। ਵੀਰ ਜੀ ਇਹ ਤੇ ਸੰਗਤ ਨੂੰ ਪਤਾ ਹੈ ਕਿ 2 ਸਾਲ ਕਿਹੜੇ ਕੰਮ ਹੋਏ ਨੇ ਤੇ 6 ਸਾਲ ਕਿਹੜੇ ਕੰਮ ਹੋਏ ਨੇ। ਫਤਿਹ ਦਿਵਸ ਦੀ ਜਿਹੜੀ ਹਿਸਟਰੀ ਹੈ, ਮੋਰੀ ਗੇਟ ਦੀ ਹਿਸਟਰੀ ਹੈ, ਔਰ ਮਿਨੋਰਟੀ ਅੱਜ ਕਾਲਜ 'ਚ ਬੱਚੇ ਪੜ੍ਹ ਰਹੇ ਨੇ, ਸਿੱਖ ਬੱਚਾ ਪੜ੍ਹ ਰਿਹਾ 50% ਤੋਂ ਉੱਪਰ, ਮੈਨੂੰ ਕਹਿੰਦਾ 65% ਹੋ ਦਿੰਦਾ, ਕਿਉਂਕਿ 15% ਉਹ ਵੀ ਹੈ ਜਿਹੜਾ 95% ਔਰ 98% ਸਿੱਖ ਬੱਚਾ ਲਿਆਂਦਾ ਤੇ ਉਹ 65% ਹੋ ਜਾਂਦਾ। ਅੱਜ ਉਹ ਪੜ੍ਹ ਰਿਹਾ, ਸੱਚ ਦੀ ਦੀਵਾਰ ਬਣੀ 84 ਦੀ, ਪਾਰਲੀਮੈਂਟ ਦੇ ਸਾਹਮਣੇ ਬਣੀ, ਕਿਹਦੀ ਦਮ ਸੀ? ਤੇ ਇਹਦਾ ਮਤਲਬ ਕੀ ਹੈ? ਪੰਥ ਪ੍ਰਸਤੀ ਹੈ, ਉਹ ਆਪਣੇ ਪਿਓ ਦੀ ਜਿਹੜੀ ਸੋਚ ਨੂੰ ਪਹਿਰਾ ਦੇ ਰਹੇ ਨੇ, ਤੇ ਅਸੀਂ ਉਹਨਾਂ ਦੀ ਸੋਚ ਨੂੰ ਪਹਿਰਾ ਦੇ ਰਹੇ ਹਾਂ, ਜੀਕੇ ਸਾਹਿਬ ਦੀ ਸੋਚ ਨੂੰ। ਗੱਲ ਕਰੀਏ ਦੂਸਰੇ ਪਾਸੇ ਤੁਹਾਡੇ ਸਾਹਮਣੇ ਇੱਥੇ ਜਿਹੜਾ ਕਿ ਸਰਨਾ ਭਰਾਵਾਂ ਵੱਲੋਂ ਵੀ ਜਿਹੜੇ ਕਿ ਨੁਮਾਇੰਦੇ ਤੁਹਾਡੇ ਸਾਹਮਣੇ ਖੜੇ ਹੋਏ ਨੇ, ਸੋਨੂ ਜੀ, ਨਰਿੰਦਰ ਸਿੰਘ ਸੋਨੂ, ਉਸ ਤੋਂ ਇਲਾਵਾ ਇੱਥੇ ਦਲਜੀਤ ਸਿੰਘ ਸਰਨਾ ਵੀ ਤੁਹਾਡੇ ਸਾਹਮਣੇ ਨੇ। ਤੁਸੀਂ ਪਹਿਲੀ ਵਾਰ ਚੋਣ ਲੜਨ ਜਾ ਰਹੇ ਹੋ, ਕਿਸ ਹਿਸਾਬ ਨਾਲ ਦੇਖਦੇ ਹੋ? ਕਿਉਂਕਿ ਤੁਹਾਡਾ ਫੇਸ ਨਵਾਂ ਹੈਗਾ, ਤੁਸੀਂ ਵੀ ਡੋਰ ਟੂ ਡੋਰ ਕੈਂਪੇਨਿੰਗ ਕਰ ਰਹੇ ਹੋਗੇ, ਤੁਹਾਨੂੰ ਵੀ ਸੰਗਤਾਂ ਦੇ ਵਿਊਜ਼ ਤੁਹਾਡੇ ਸਾਹਮਣੇ ਵੀ ਆ ਰਹਿਣਗੇ। ਕਿਸ ਹਿਸਾਬ ਨਾਲ ਦੇਖਦੇ ਹੋ ਸਾਰੀ ਇਸ ਕੈਂਪੇਨਿੰਗ ਨੂੰ? ਦੇਖੋ ਜੀ, ਸੰਗਤ ਦੇ ਅਸੀਂ ਡੋਰ ਟੂ ਡੋਰ ਜਿਹੜਾ ਕੈਂਪੇਨ ਕਰ ਰਹੇ ਹਾਂ, ਮੇਰੇ ਖਿਆਲ ਨਾਲ ਜੋ ਮੈਂ ਆਪਣੇ ਤਿਲਕ ਨਗਰ ਸੰਗਤ ਦੇ ਵਿੱਚ ਸਭ ਤੋਂ ਵੱਡੀ ਸੀਟ ਬਣੀ ਹੈ, ਕਿਉਂਕਿ ਸਿੱਖਾਂ ਦੀ ਆਬਾਦੀ ਜਿਹੜੀ ਹੈ ਤਿਲਕ ਨਗਰ ਦੇ ਵਿੱਚ ਮੰਨੀ ਜਾਂਦੀ ਹੈ, ਜ਼ਿਆਦਾ ਮੰਨੀ ਜਾਂਦੀ ਹੈ। ਉਸ ਹਿਸਾਬ ਨਾਲ ਕਿਸ ਹਿਸਾਬ ਨਾਲ ਦੇਖਦੇ? ਵੀਰ ਜੀ ਇਸ ਤਰ੍ਹਾਂ ਹੈਗਾ, ਸਿੱਖਾਂ ਦੀ ਆਬਾਦੀ ਤੁਹਾਡੀ ਗੱਲ ਸਹੀ ਹੈ। ਅਸੀਂ ਮੇਰੇ ਜੋ ਪਰਿਵਾਰ ਹੈ 1950 ਦਾ ਅਸੀਂ ਤਿਲਕ ਨਗਰ 'ਚ ਵਸਨੀਕ ਹੈਗੇ ਆ, ਉਸ ਪਰਿਵਾਰ ਜਿਹੜਾ ਸਾਡਾ ਪਰਿਵਾਰ ਹੈ। ਤੇ ਕਹਿਣ ਦਾ ਮਕਸਦ ਹੈ ਤਿਲਕ ਨਗਰ ਜਿਹੜੀ ਸੰਗਤ ਦੇ ਵਿੱਚ ਜਿਹੜਾ ਸੋਚ ਹੈਗੀ ਹੈ, ਇੱਕ ਤੇ ਨਵੇਂ ਚਿਹਰੇ ਦੀ ਸੋਚ ਹੈ ਉਹਨਾਂ ਦੀ, ਦੂਜਾ ਉਹਨਾਂ ਦੀ ਸੋਚ ਸਰਦਾਰ ਮਨਜੀਤ ਸਿੰਘ ਜੀ ਪ੍ਰਤੀ ਹੈਗੇ ਨੇ, ਜਿਹੜੇ ਉਹਨਾਂ ਦੇ ਕੰਮ ਸੇਵਾਵਾਂ ਜਿਹੜੀਆਂ ਉਹਨਾਂ ਨੇ ਸੰਗਤ ਔਰ ਪੰਥ ਵਾਸਤੇ ਕੀਤੀਆਂ ਨੇ। ਉਸ ਸੋਚ ਨੂੰ ਅਸੀਂ ਅੱਗੇ ਵਧਾਉਣਾ ਹੈ ਤੇ ਉਹੀਓ ਸੋਚ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ। ਪਰ ਇਹ ਤਾਂ ਗੱਲ ਹੈ ਨਾ ਕਿ ਪੁਰਾਣੇ ਚਿਹਰੇ ਜਿਹੜੇ ਹੁੰਦੇ ਨੇ, ਕਿਹਾ ਜਾਂਦਾ ਕਿ ਵੀ ਵੋਟਾਂ ਪਾਤੀ, ਉਸ ਤੋਂ ਬਾਅਦ ਪੁਰਾਣੇ ਚਿਹਰੇ ਜਿਹੜੇ ਨੇ ਉਹ ਪਾਸੇ ਹੋ ਜਾਂਦੇ ਨੇ। ਪਹਿਲਾਂ ਤੁਸੀਂ ਜਾ ਕੇ ਫਤਿਹ ਬੁਲਾਉਂਦੇ, ਸਤਿ ਸ਼੍ਰੀ ਅਕਾਲ ਬੁਲਾਉਂਦੇ, ਵੋਟਾਂ ਮੰਗਦੇ, ਲੇਕਿਨ ਉਸ ਤੋਂ ਬਾਅਦ ਜਿਹੜਾ ਕਿ ਜਦੋਂ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਉਹ ਸਤਿ ਸ਼੍ਰੀ ਅਕਾਲ ਬੁਲਾਉਂਦੇ ਤੇ ਤੁਹਾਡੇ ਵੱਲੋਂ ਕੋਈ ਜਵਾਬ ਨਹੀਂ ਆਉਂਦਾ ਜਿਹੜੇ ਜਿੱਤ ਕੇ ਸਾਹਮਣੇ ਆਉਂਦੇ। ਆਪ ਜੀ ਜਿਸ ਜਗ੍ਹਾ ਤੇ ਬੈਠੇ ਹੋ ਨਾ, ਆਪ ਜਿਸ ਮਰਜ਼ੀ ਘਰ ਚਲੇ ਜਾਓ ਕਿ ਕਵਲਜੀਤ ਸਿੰਘ ਜੌਲੀ ਅਗਰ ਇੱਥੇ ਵਿਚਰਦਾ ਹੈ ਤੇ ਕਿ ਨਹੀਂ ਵਿਚਰਦਾ, ਤੁਸੀਂ ਆਪ ਸੰਗਤ ਕੋਲ ਜਾ ਸਕਦੇ ਹੋ, ਕਿ ਉੱਥੇ ਜਾ ਕੇ ਪੁੱਛ ਸਕਦੇ ਹੋ ਕਿ ਕਵਲਜੀਤ ਸਿੰਘ ਜੌਲੀ ਤਿਲਕ ਨਗਰ ਇੱਧਰ ਵਿਚਰਦਾ ਕਿ ਨਹੀਂ ਵਿਚਰਦਾ, ਸੁੱਖ ਦੁੱਖ 'ਚ ਖੜੇ ਹੁੰਦੇ ਨਹੀਂ ਹੁੰਦੇ, ਤੇ ਆਪ ਜੀ ਪੁੱਛ ਸਕਦੇ ਹੋ ਇਸ ਚੀਜ਼ ਨੂੰ। ਐਸੀ ਕੋਈ ਉਹ ਨਹੀਂ ਹੈ ਕਿ ਅਸੀਂ ਵਿਚਰਦੇ ਨਹੀਂ ਆ, ਮਗਰ ਜਿਹੜੇ ਪਿਛਲੇ 4 ਸਾਲ ਦੇ ਕੈਂਡੀਡੇਟ ਲੜੇ ਨੇ ਉਹ ਕਿੱਥੇ ਨੇ? 4 ਸਾਲ ਨਜ਼ਰ ਹੀ ਨਹੀਂ ਆਏ। 4 ਸਾਲ ਹੋਂਦ ਹੋਣੀ ਚਾਹੀਦੀ ਸੀ ਨਾ। ਕੋਈ ਕੋਵਿਡ ਇੰਨਾ ਰਿਹਾ, ਕਿਸਾਨ ਮੁੱਦਾ ਰਿਹਾ, ਪਰ ਉਹ ਕਹਿੰਦੇ ਤਾਂ ਹੈ ਆਪਣੇ ਲੰਗਰ ਔਨ ਵੀਲਸ ਚਲਾਏ ਨੇ। ਇਸ ਤੋਂ ਇਲਾਵਾ ਘਰ ਘਰ ਜਾ ਕੇ ਜਿਹੜੀ ਕਿ ਦਿੱਲੀ ਕਮੇਟੀ ਨੇ ਸੇਵਾਵਾਂ ਕੀਤੀਆਂ ਨੇ, ਔਰ ਮਤਲਬ ਕਰੋਨਾ ਕਾਲ ਦੇ ਵਿੱਚ ਵੀ ਆਪਣੀ ਜਿਹੜੀ ਕਿ ਹੈ ਗਿਣਤੀਆਂ ਗਿਣਵਾਉਂਦੇ ਨੇ ਕਿ ਵੀ ਅਸੀਂ ਇਹ ਕੰਮ ਕੀਤੇ ਨੇ, ਲੰਗਰ ਪਹੁੰਚਾਏ ਨੇ, ਔਰ ਮਤਲਬ ਫੌਗਿੰਗ ਕੀਤੀ ਹੈ, ਬਥੇਰਾ ਕੁਝ ਇਸ ਤਰੀਕੇ ਦੀ ਗੱਲ ਸਾਹਮਣੇ ਕਹਿੰਦੇ ਹੋ। ਵੀਰ ਜੀ ਲੰਗਰ ਤਾਂ ਸਭ ਤੋਂ ਪਹਿਲੇ ਗੁਰੂ ਦਾ ਹੈ, ਨਾ ਸਿਰਸਾ ਸਾਹਿਬ ਦਾ, ਨਾ ਜੀਕੇ ਸਾਹਿਬ ਦਾ, ਤੇ ਨਾ ਸਰਨਾ ਸਾਹਿਬ ਦਾ। ਗੁਰੂ ਦਾ ਲੰਗਰ ਹੈ ਪਹਿਲੀ ਗੱਲ। ਦੂਜੀ ਗੱਲ, ਮੈਂ ਪਹਿਲੀ ਵਾਰ ਦੇਖਿਆ ਕਿ ਜਿਹੜੀ ਬਿਮਾਰੀ ਆਈ ਹੈ ਨਾ, ਉਹਦੇ ਵਿੱਚ ਭੇਦਭਾਵ ਨਹੀਂ ਕੀਤਾ ਉਹਨੇ ਬਿਮਾਰੀ ਨੇ, ਮਗਰ ਅਸੀਂ ਲੋਕਾਂ ਨੇ ਕੀਤਾ। ਤੁਸੀਂ ਸੁਣਿਆ ਹੋਏਗਾ ਅਵਤਾਰ ਸਿੰਘ ਹਿੱਤੋਰਾ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਬੋਲਿਆ ਸੀ ਕਿ ਮੈਨੂੰ ਇੱਕ ਵੀ ਰਾਸ਼ਨ ਦਾ ਪੈਕਟ ਨਹੀਂ ਆਇਆ, ਤੇ ਜਿਹੜੇ ਪਾਰਟੀ ਦੇ ਬੰਦਿਆਂ ਨੂੰ ਰਾਸ਼ਨ ਦਾ ਪੈਕਟ ਨਹੀਂ ਆਇਆ ਤੇ ਜਿਹੜੇ ਆਪੋਜੀਸ਼ਨ ਵਾਲੇ ਸੀ ਉਹਨਾਂ ਨੂੰ ਕਿੱਥੋਂ ਆ ਜਾਏਗਾ? ਤੁਸੀਂ ਸਮਝ ਸਕਦੇ ਹੋ ਇਸ ਚੀਜ਼ ਤੋਂ ਕਿ ਉਹਨਾਂ ਨੇ ਹੀ ਕਹਿਤਾ ਕਿ ਭਈਆ ਮੇਰੇ ਕੋਲ ਰਾਸ਼ਨ ਇੱਕ ਪੈਕਟ ਨਹੀਂ ਆਇਆ।
ਤੇ ਜਦ ਉਹਨਾਂ ਕੋਲ ਨਹੀਂ ਗਿਆ, ਜਿਹੜੇ ਆਪੋਜੀਸ਼ਨ ਸਰਨਾ ਪਾਰਟੀ ਦੇ ਮੈਂਬਰ ਸੀ, ਜੀਕੇ ਸਾਹਿਬ ਦੇ ਵਾਰਡ ਸੀ, ਸਰਦਾਰ ਚਮਨ ਸਿੰਘ ਨੇ ਛੱਡੀ ਸੀ, ਪੁੱਛੋ ਜਾ ਕੇ ਉਸ ਸ਼ਾਹਪੁਰੇ 'ਚ ਕਿੰਨੇ ਪੈਕਟ ਦਿੱਤੇ ਉਹਨਾਂ ਨੇ, ਤਿਲਕ ਵਿਹਾਰ ਕਿੰਨੇ ਪੈਕਟ ਗਏ ਨੇ, ਤਿਲਕ ਵਿਹਾਰ ਗੁਰਦੁਆਰੇ ਜਿਹੜੇ ਹੈਗੇ ਨੇ ਉੱਥੇ ਜਾ ਕੇ ਪੁੱਛੋ, ਸਰਦਾਰ ਮੋਹਨ ਸਿੰਘ ਜੀ ਪ੍ਰਧਾਨ ਨੇ, ਉਹਨਾਂ ਨੂੰ ਪੁੱਛ ਲਓ, ਉੱਥੇ ਜੀਕੇ ਸਾਹਿਬ ਦੇ ਥਰੂ ਲੰਗਰ ਚਲਿਆ। ਅਸੀਂ ਸੇਵਾਵਾਂ ਕੀਤੀਆਂ, ਸੇਵਾ ਕਰਾਉਣ ਵਾਲਾ ਗੁਰੂ ਹੈ, ਅਸੀਂ ਕੋਈ ਨਹੀਂ ਆਣਾ ਸਾਨੂੰ ਹਉਮੈ ਆਵੇ ਇਸ ਚੀਜ਼ ਦੀ ਸੇਵਾ ਦੇ ਉੱਪਰ। ਸੇਵਾ ਇਹੀ ਤਾਂ ਗੱਲ ਹੈ, ਸੇਵਾ ਕਿਸ ਤਰੀਕੇ ਦੀ ਸੇਵਾ, ਕਿਉਂਕਿ ਕਵਲਜੀਤ ਸਿੰਘ ਜੀ ਸੇਵਾ ਕਹਿੰਦੇ ਆ ਕਿ ਬਈ ਮੈਂ ਅਗਰ ਸੇਵਾ ਕਰ ਰਿਹਾ ਤਾਂ ਅਗਰ ਤੁਸੀਂ ਮੇਰੇ ਤੋਂ ਸੇਵਾ ਮੰਗ ਰਹੇ, ਮੈਂ ਤੁਹਾਨੂੰ ਸੇਵਾ ਦੇਤੀ, ਇੱਕ ਨਿਮਾਣਾਪਣ ਹੁੰਦਾ। ਪਰ ਇਹ ਸੇਵਾ ਕਿਹੋ ਜਿਹੀ ਹੈ ਜਦੋਂ ਇੱਕ ਪੱਗ ਦੂਜੀ ਪੱਗ ਤੇ ਆਰੋਪ ਲਗਾ ਰਿਹਾ, ਐਲੀਗੇਸ਼ਨ ਲਗਾ ਰਿਹਾ, FIR ਤੱਕ ਦਰਜ ਕਰਾ ਰਿਹਾ, ਕਿਸ ਹਿਸਾਬ ਨਾਲ ਦੇਖਦੇ ਹੋ? ਵੀਰ ਜੀ ਦੇਖੋ, FIR ਦਰਜ ਜਿਹੜਾ ਹੈ ਨਾ, ਇੱਕ ਪੱਗ ਦੂਜੇ ਪੱਗ ਤੇ ਨਹੀਂ ਕਰਾ ਰਹੀ, ਇਹ ਤਾਂ ਸਿਸਟਮ ਹੈ। ਜਿੰਨੇ ਚੋਰੀ ਕੀਤੀ, ਦੂਜਿਆਂ ਨੂੰ ਸਰਕਾਰਾਂ ਨੂੰ ਤਾਂ ਮੌਕਾ ਮਿਲਦਾ ਨਾ ਤੁਹਾਨੂੰ, ਕਿਉਂਕਿ ਉਹ ਤਾਂ ਦੇਖਦੇ ਕਿ ਵੀ ਠੀਕ ਹੈ, ਅੱਛੀ ਗੱਲ ਹੈ, ਆਪਸ ਵਿੱਚ ਲੜਨਗੇ ਤਾਂ ਸਾਡੇ ਕੋਲ ਸਾਨੂੰ ਫਾਇਦਾ ਹੈ। ਬਿਲਕੁਲ, ਇਹ ਤੇ ਗੱਲ ਸਹੀ ਹੈ, ਸਰਕਾਰਾਂ ਨੂੰ ਤੇ ਮੌਕਾ ਮਿਲ ਰਿਹਾ ਹੈ। ਤੁਸੀਂ ਦੇਖੋ ਨਾ, ਵੋਟਾਂ ਦੇ ਵਿੱਚ ਲੈ ਲਓ, ਅੱਜ ਤਿਲਕ ਨਗਰ ਦੇ ਵਿਡਾਵਾੜ ਦੇ ਵਿੱਚ 1400 ਕੁਝ ਵੋਟ ਬਣੀ ਹੈ ਨਵੀਂ, ਠੀਕ ਹੈ ਜੀ। ਮੇਰੀ ਸੋਚ ਇਹ ਸੀ ਕਿ ਮੈਂ ਵੋਟਾਂ ਬਣਾਵਾਂ, ਕਿਸ ਲਈ ਬਣਾਵਾਂ, ਇਹ ਨਹੀਂ ਕਿ ਮੈਨੂੰ ਪੈਣੀ ਹੈ। ਮੈਂ 850 ਦੇ ਕਰੀਬ ਵੋਟ ਬਣਾਈ ਹੈ, ਔਰ ਇਸ ਕਰਕੇ ਬਣਾਈ ਹੈ ਕਿ ਇੱਕ ਇੱਕ ਸਿੱਖ ਦੀ ਵੋਟ ਬਣੇ, ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਦਿੱਲੀ 'ਚ ਸਿੱਖ ਕਿਹਨਾਂ ਰਹਿੰਦਾ, ਔਰ ਸਾਡੇ ਕੌਮ ਦੇ ਕੰਮ ਹੋ ਸਕਣ। ਵੋਟ ਪਾਣੀ ਉਹਨੇ ਪਾਣੀ, ਉਸ ਗੁਰੂ ਮਹਾਰਾਜ ਨੂੰ ਪਤਾ ਕੀ ਹੋਣਾ ਸਾਡੇ ਨਾਲ, ਉਹ ਅਸੀਂ ਡੋਰ ਉਹਦੇ ਤੇ ਛੱਡਤੀ ਹੈ। ਮਗਰ ਸੋਚ ਐ ਸੀ ਕਿ ਅਸੀਂ ਜਿਹੜੀ ਵੋਟ ਬਣਾਈਏ, ਘਰ ਘਰ ਜਾ ਕੇ ਬਣਾਈਏ ਵੀਰ ਜੀ। ਜਿੱਥੇ ਲੋਕ ਕਿਸੇ ਨੇ ਕਿਹਾ ਕਿ ਸਾਡੀ ਵੋਟ ਨਹੀਂ ਹੈਗੀ, ਅਸੀਂ ਜਾ ਕੇ ਫਟਾਫਟ ਪਹੁੰਚੇ, ਰਾਤੀ 11 ਵਜੇ, 12 ਵਜੇ, ਸਵੇਰੇ 8 ਵਜੇ, 9 ਵਜੇ ਅਸੀਂ ਵੋਟ ਬਣਾਈ ਹੈ। 850, ਇਹ ਤੁਸੀਂ ਮੇਰੇ ਕੋਲ ਦੇਖ ਸਕਦੇ ਹੋ, ਇਹ ਸਾਰੀਆਂ ਪਰਚੀਆਂ ਨੇ। ਰਜਿਸਟਰ ਤੁਹਾਨੂੰ ਦਿਖਾਣਾ ਮੈਂ ਆਪਣਾ, ਮੇਰੇ ਕੋਲ ਇੱਕ ਨੰਬਰ ਹੈ, ਇਹ ਦੇਖੋ, ਇਹ ਤਿਲਕ ਨਗਰ, ਇਹ G ਬਲਾਕ, ਇਹ H ਬਲਾਕ, ਇਹ ਮੁਖਰਾਮ ਗਾਰਡਨ, ਇਹ ਸਾਰੀਆਂ ਵੋਟਾਂ ਬਣਾਈਆਂ ਨੇ ਮੈਂ। ਇਹ 6 ਨੰਬਰ ਫਾਰਮ ਪਰ ਹੈ ਜਿਨ੍ਹਾਂ ਦੀ ਫੋਟੋਆਂ ਨਹੀਂ ਲੱਗੀਆਂ ਸੀ। ਇਹ ਨਹੀਂ ਵੋਟਾਂ ਨੇ, ਕਿਉਂਕਿ ਦੇਖੋ ਐਲੀਗੇਸ਼ਨ ਜਿਹੜੇ ਆਰੋਪ ਲੱਗ ਰਹੇ ਨੇ, ਜਿਹੜੇ ਇੰਨੀ ਸਭ ਕੁਝ ਹੁੰਦਾ, ਆਮ ਜਿਹੜਾ ਸਿੱਖ ਹੈਗਾ ਉਹ ਕਿਤੇ ਨਾ ਕਿਤੇ ਇਸ ਤੋਂ ਪਿੱਛੇ ਹੋ ਜਾਂਦਾ ਕਿ ਯਾਰ ਬਹੁਤ ਇੱਕ ਦਿਲ ਨੂੰ ਠੇਸ ਪਹੁੰਚਦੀ ਕਿ ਯਾਰ ਇੱਕ ਸਿੱਖ ਆਪਸ ਵਿੱਚ ਲੜੇ, ਇਸ ਕਰਕੇ ਕਿਤੇ, ਕਿਉਂਕਿ ਦਿੱਲੀ ਦੇ ਵਿੱਚ ਜੀ ਅਵੇਅਰਨੈਸ ਦੀ ਬੜੀ ਕਮੀ ਸੀ, ਸਿੱਖਾਂ ਦੇ ਵਿੱਚ ਚਾਹ ਨਹੀਂ ਸੀ ਵੋਟ ਬਣਾਉਣ ਦਾ। ਕਿਉਂਕਿ ਜੋ ਮਿਆਰ ਹੈ ਨਾ ਦਿੱਲੀ ਕਮੇਟੀ ਦਾ, ਦੇਖੋ ਇਹ 2 ਸਾਲਾਂ ਦੇ ਵਿੱਚ ਮੈਨੂੰ ਇੱਕ ਗੱਲ ਦੱਸ ਦਿਓ, ਤੁਸੀਂ ਤੇ ਮੀਡੀਆ ਤੇ ਪਰਸਨ ਹੋ, ਤੁਸੀਂ ਜਾ ਕੇ ਨਾ ਪਹਿਲੇ 6 ਸਾਲ ਦਾ ਜਿਹੜਾ ਮੁੱਖ ਜਿਹੜਾ ਸਿਸਟਮ ਹੁੰਦਾ ਦਿੱਲੀ ਕਮੇਟੀ ਦਾ, ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਜੇ ਐਕੂਰੇਟ ਵਰਡ ਬੋਲਿਆ ਜਾਏ, ਉਹਦੀ ਜਿਹੜੀ ਸੋਚ ਹੁੰਦੀ ਹੈ ਧਰਮ ਨੂੰ ਅੱਗੇ ਲੈ ਕੇ ਜਾਣਾ, ਠੀਕ ਹੈ ਨਹੀਂ, ਧਰਮ ਨੂੰ ਮੁੱਖ ਰੱਖ ਕੇ ਦਿੱਲੀ ਕਮੇਟੀ ਚੱਲਣੀ ਚਾਹੀਦੀ ਹੈ ਨਾ। ਤੇ ਅੱਜ 2 ਸਾਲਾਂ ਦੇ ਵਿੱਚ ਕੋਈ ਮੈਨੂੰ ਚੇਅਰਮੈਨ ਦਾ ਨਾਮ ਦੱਸ ਦੇਵੇ ਦਿੱਲੀ ਕਮੇਟੀ ਦਾ, ਕਿ ਧਰਮ ਪ੍ਰਚਾਰ ਕਮੇਟੀ ਦਾ ਇਹ ਚੇਅਰਮੈਨ ਹੈਗਾ। ਪਹਿਲੇ ਤੇ ਹਰਮੂਹ ਦੇ ਨਾਮ ਸੀ, ਪਰਮਜੀਤ ਸਿੰਘ ਰਾਣਾ ਚੇਅਰਮੈਨ ਹੈਗਾ ਜੀ। ਸਮਾਗਮ ਹੁੰਦੇ ਸੀ, ਜਫਰਨਾਮੇ ਦੇ ਉੱਪਰ ਕਥਾ ਹੁੰਦੀ ਸੀ, ਸਭ ਕੁਝ ਹੁੰਦਾ ਸੀ। ਇਹ 2 ਸਾਲਾਂ 'ਚ ਕਿੱਥੇ ਗਿਆ ਧਰਮ ਪ੍ਰਚਾਰ, ਜਿਹੜਾ ਮੁੱਖ ਕਾਰਨ, ਮੁੱਖ ਚੀਜ਼ ਹੋਣੀ ਚਾਹੀਦੀ ਸੀ। ਉਹ ਵੀ ਦੇ ਕੇ ਹਜੇ ਇਹ ਕਰਵਾਉਂਦੇ ਆ, ਲੇਕਿਨ ਕਰੋਨਾ ਕਾਲ ਕਰਕੇ ਵੀ, ਜਿਸ 'ਚ 1-1.5 ਸਾਲ ਦਾ ਕਰੋਨਾ ਕਾਲ ਵਿੱਚ ਹੀ ਨਿਕਲ ਗਿਆ ਜੀ। ਮੈਂ ਕੀ ਕਹਿ ਰਿਹਾ, 1 ਸਾਲ ਨਿਕਲਿਆ, 1 ਸਾਲਾਂ ਦੇ ਵਿੱਚ ਕਿਆ ਇਹਨਾਂ ਨੇ ਆਪਣੇ ਕੰਮ ਬੰਦ ਕਰ ਦਿੱਤੇ, ਪ੍ਰਚਾਰ ਨਹੀਂ ਕਰ ਰਹੇ ਆਪਣਾ, ਕਰੋਨਾ 'ਚ ਹੀ ਕਰ ਰਹੇ ਨੇ, ਬੰਦ ਕਰ ਦੇਣ ਕੰਮ। ਕਿਉਂ ਪ੍ਰਚਾਰ ਕਰ ਰਹੇ ਨੇ ਕਰੋਨਾ ਦੇ ਵਿੱਚ? ਕਰੋਨਾ ਹੁਣ ਵੀ ਹੈ। ਮੈਂ ਦੁਬਾਰਾ ਉਸੇ ਗੱਲ ਤੇ ਆ ਰਿਹਾ, ਦਿੱਲੀ ਦੇ ਵਿੱਚ ਅਗਰ ਲਗਭਗ ਸਿੱਖਾਂ ਦੀ ਆਬਾਦੀ ਦੀ ਗੱਲ ਕਰੀਏ 13-14 ਲੱਖ ਦੇ ਤਕਰੀਬਨ ਹੋਏਗੀ, ਲੇਕਿਨ ਵੋਟ ਜਿਹੜੀ ਐਕਚੁਅਲ ਬਣੀ ਹੈ 4-4.5 ਲੱਖ ਨੇ। ਇਹ ਕਿਤੇ ਨਾ ਕਿਤੇ ਕੀ ਮੰਨਦੇ, ਇਹਦਾ ਦੋਸ਼ ਕਿਸ ਨੂੰ ਮੰਨਦੇ? ਕਿਉਂਕਿ ਸਿੱਖ ਆਬਾਦੀ ਜ਼ਿਆਦਾ ਹੈ, 4-4.5 ਲੱਖ ਵੋਟ ਹੈ, ਉਸ ਤੋਂ ਬਾਅਦ ਵੋਟਿੰਗ ਵੀ ਜਿਹੜੀ ਹੁੰਦੀ ਹੈ ਉਹ 50% ਵੀ ਨਹੀਂ ਹੁੰਦੀ, 2.5 ਲੱਖ 2 ਲੱਖ ਤਾਂ 2.25 ਲੱਖ ਦੇ ਆਸ-ਪਾਸ ਵੋਟਿੰਗ ਹੁੰਦੀ ਹੈ। ਕਿਸ ਹਿਸਾਬ ਨਾਲ ਦੇਖਦੇ ਵੀਰ ਜੀ? ਸਭ ਤੋਂ ਪਹਿਲੇ ਨਾ ਅਸਲ ਵਿੱਚ ਜਦ ਵੋਟਿੰਗ ਬਣਾਉਣ ਦਾ ਆਇਆ ਨਾ ਸਿਸਟਮ, ਤੇ ਉਹਦੇ ਵਿੱਚ ਕਲੈਰਿਟੀ ਨਹੀਂ ਸੀ। ਇੱਕ ਆਧਾਰ ਕਾਰਡ ਨੂੰ ਉਹਨਾਂ ਨੇ ਸਿਰਫ ਡੇਟ ਆਫ ਬਰਥ ਪ੍ਰੂਫ ਮੰਨਿਆ, ਨਾਟ ਕਿ ਰੈਜ਼ੀਡੈਂਸ ਪ੍ਰੂਫ ਮੰਨਿਆ। ਮਗਰ ਮੇਰੇ ਹਿਸਾਬ ਨਾਲ ਆਧਾਰ ਕਾਰਡ ਨੂੰ ਰੈਜ਼ੀਡੈਂਟ ਪ੍ਰੂਫ ਵੀ ਮੰਨਣਾ ਚਾਹੀਦਾ ਸੀ। ਉਹਨਾਂ ਨੇ ਸਿਰਫ ਡੇਟ ਆਫ ਬਰਥ ਹੈ ਜੀ, ਆਧਾਰ ਕਾਰਡ ਸਿਰਫ ਡੇਟ ਆਫ ਬਰਥ ਪ੍ਰੂਫ ਮੰਨਿਆ ਜਾਏਗਾ ਜੀ, ਉਹ ਨਹੀਂ ਮੰਨਿਆ ਜਾਏਗਾ। ਫਿਰ ਉਹਨਾਂ ਨੇ ਜਿਹੜੇ ਟਰਮਸ ਐਂਡ ਕੰਡੀਸ਼ਨ ਰੱਖੇ ਵੋਟ ਬਣਾਉਣ ਦੇ, ਉਸ ਤੋਂ ਬਾਅਦ ਅਵੇਅਰਨੈਸ ਜਿਹੜੀ ਹੈਗੀ ਹੈ ਉਹ ਬਹੁਤ ਘੱਟ ਰਹੀ ਲੋਕਾਂ ਦੇ ਵਿੱਚ। ਅਸੀਂ ਜਾ ਕੇ ਅਵੇਅਰ ਕੀਤਾ, ਨਹੀਂ ਜੀ ਵੋਟ ਬਣਾਓ। ਫਿਰ ਲੋਕੀ ਪੁੱਛਦੇ ਸੀ ਕਾਰਡ ਬਣੇਗਾ, ਕੁਝ ਮਿਲੇਗਾ। ਕਹਿਣ ਦਾ ਮਕਸਦ ਹੈ ਗੁਰੂ ਕਈਆਂ ਨੂੰ ਤੇ ਸੋਚ ਜਿਹੜੀ ਹੈ ਨਾ, ਦਿੱਲੀ ਕਮੇਟੀ ਦਾ ਮਿਆਰ ਇੰਨਾ ਗਿਰ ਚੁੱਕਾ ਹੈ। ਸਾਡੀ ਸੋਚ ਹੈਗੀ ਅਸੀਂ ਇਸ ਮਿਆਰ ਨੂੰ ਕਿਵੇਂ ਚੱਕਣਾ ਹੈ। ਕੋਈ ਰੋਡ ਮੈਪ ਤਾਂ ਹੋਏਗਾ? ਦੇਖੋ ਰੋਡ ਮੈਪ ਸਭ ਤੋਂ, ਮੇਰੀ ਸੋਚ ਜਿਹੜੀ ਹੈ ਆਪਣੀ, ਮੈਂ ਸੋਚ ਦੱਸ ਸਕਦਾ। ਮੈਂ ਜਿਸ ਪਾਰਟੀ ਦਾ ਸਿਪਾਹੀ ਹਾਂ, ਸਭ ਤੋਂ ਪਹਿਲੇ ਸੋਚ ਹੈਗੀ ਐਜੂਕੇਸ਼ਨ ਦੀ, ਦੂਸਰੀ ਹੈਗੀ ਹੈ ਹੈਲਥ ਦੀ। ਇਹ ਦੋ ਜਿਹੜੀਆਂ ਮੇਨ ਹੈਗੀਆਂ ਨੇ, ਜੋ ਅਸੀਂ ਪਿਛਲੇ 2 ਸਾਲਾਂ ਤੋਂ ਸਾਨੂੰ ਦੇਖਣ ਨੂੰ ਆਇਆ ਜ਼ਿਆਦਾ, ਕਿ ਜਿਹੜਾ ਗਰੀਬ ਬੱਚਾ ਹੈ, ਮਿਨੋਰਟੀ ਦਾ ਕੰਮ ਕਿੱਥੇ ਗਿਆ? ਇੱਥੇ ਹੁੰਦਾ ਸੀ ਵੈਸਟ ਦਿੱਲੀ ਤੁਸੀਂ ਹੁਣੇ ਕਿਹਾ ਨਾ, ਤਿਲਕ ਨਗਰ ਇੱਕ ਮਿਨੀ ਪੰਜਾਬ ਗਿਣਿਆ ਜਾਂਦਾ ਹੈ, ਠੀਕ ਹੈ ਜੀ। ਵੈਸਟ ਦਿੱਲੀ 'ਚ ਮਿਨੋਰਟੀ ਦਾ ਆਫਿਸ ਹੁੰਦਾ ਸੀ। ਕਿੱਥੇ ਗਿਆ ਆਫਿਸ ਮਿਨੋਰਟੀ ਦਾ? ਰਕਾਬਗੰਜ ਸਾਹਿਬ। ਕਿਉਂ ਜੀ?
ਇਹਦਾ ਮਤਲਬ ਅੱਜ ਤੁਸੀਂ ਪੂਰੀ ਦਿੱਲੀ 'ਚ ਦੇਖੋ, ਵੈਸਟ ਦਿੱਲੀ ਦੇ ਵਿੱਚ ਸਭ ਤੋਂ ਜ਼ਿਆਦਾ ਸਿੱਖ ਹੈਗੇ ਨੇ ਮੇਰੇ ਖਿਆਲ ਨਾਲ। ਬਿਲਕੁਲ ਹੈ। ਤੇ ਮਿਨੋਰਟੀ ਦਾ ਆਫਿਸ ਚੁੱਕ ਕੇ ਤੁਸੀਂ ਉੱਥੇ ਦੇਤਾ, ਬੱਚਿਆਂ ਦੀ ਫੀਸਾਂ ਦਿੱਕਤ ਆ ਗਈ, 2-2 ਸਾਲ ਦੀ ਫੀਸ ਆਈ ਨਹੀਂ ਅਕਾਊਂਟਾਂ ਦੇ ਵਿੱਚ। ਹੁਣ ਉਹ ਬੰਦੇ ਕੀ ਕਰਨਗੇ? ਬੱਚਿਆਂ ਦੇ ਸਕੂਲ ਦੀ ਪਰੇਸ਼ਾਨੀ ਹੋ ਗਈ ਸ਼ੁਰੂ। ਤੇ ਇਹ ਚੀਜ਼ਾਂ ਸਾਨੂੰ ਸੋਚਣੀਆਂ ਚਾਹੀਦੀਆਂ ਨੇ, ਇੱਕ ਐਜੂਕੇਸ਼ਨ ਦੇ ਉੱਪਰ, ਇੱਕ ਹੈਲਥ ਦੇ ਉੱਪਰ। ਮੈਂ ਬੇਸਿਕਲੀ ਫਾਰਮਾਸਿਸਟ ਹਾਂ, ਆਪਣਾ ਕਿਰਤ ਕਮਾਈ ਕਰਦਾ, ਮੇਰੀ ਦਵਾਈਆਂ ਦੀ ਦੁਕਾਨ ਹੈ ਡਰਬੀ ਮੈਡੀਕੋਸ ਤੋਂ। ਮੈਂ ਸੋਚਦਾ ਕਿ ਹੈਲਥ ਵਿੱਚ ਵੀ ਸਾਨੂੰ ਬਹੁਤ ਕੰਮ ਕਰਨਾ ਚਾਹੀਦਾ ਹੈ। ਦਿੱਲੀ ਕਮੇਟੀ ਵੱਲੋਂ ਗਰੀਬ ਸਿੱਖਾਂ ਦੀ ਮੈਡੀਕਲੇਮ ਪਾਲਿਸੀ ਕਰਨੀ ਚਾਹੀਦੀ ਹੈ। ਕਹਿੰਦੇ ਤਾਂ ਹੈਗੇ ਡਾਇਲਿਸਿਸ ਸੈਂਟਰ ਵੀ ਖੋਲ੍ਹਤੇ, ਸਸਤੀ ਦਵਾਈਆਂ ਦੇ ਜਿਹੜੇ ਕਿ ਨੇ ਦੁਕਾਨਾਂ ਖੋਲ੍ਹਤੀਆਂ। ਇਸ ਤੋਂ ਇਲਾਵਾ ਹੁਣ ਜਿਹੜਾ ਕਿ 50 ਰੁਪਏ 'ਚ MRI ਸਿਟੀ ਸਕੈਨ ਜਿਹੜੇ ਖੋਲ੍ਹਤੇ ਨੇ, ਉਹ ਤਾਂ ਕਹਿ ਰਹੇ ਨੇ ਕਿ ਅਸੀਂ ਕਰ ਰਹੇ ਹਾਂ, ਲੇਕਿਨ ਹੁਣ ਆਉਣ ਤੋਂ ਬਾਅਦ ਹੋਰ ਵੀ ਕਰਾਂਗੇ। ਵੀ ਜੇ ਡਾਇਲਿਸਿਸ ਸੈਂਟਰ ਨਾ, ਮੈਂ ਭੁਗਤ ਭੋਗੀ ਹਾਂ, ਮੇਰੇ ਫਾਦਰ ਡਾਇਲਿਸਿਸ ਹੋਈ। ਸਭ ਤੋਂ ਪਹਿਲੇ ਟਰੋਮਾ ਸੈਂਟਰ ਇਜ਼ ਮਸਟ ਫॉर ਡਾਇਲਿਸਿਸ। ਕਦੋਂ ਪੇਸ਼ੈਂਟ ਕੋਲੈਪਸ ਕਰ ਜਾਏਗਾ ਫਿਰ ਕੀ ਕਰੋਗੇ? ਨੁਕਸਾਨ ਜਾਨ ਦਾ ਹੋਏਗਾ, ਦੂਸਰਾ ਦਿੱਲੀ ਕਮੇਟੀ ਦੇ ਅਕਸ ਦਾ ਹੋਏਗਾ। ਕੀ ਹੋਏਗਾ? ਦਿੱਲੀ ਕਮੇਟੀ ਦਾ ਹਸਪੀਟਲ ਸੀ ਤੇ ਉੱਥੇ ਉਹਦਾ ਅਕਸ ਨੂੰ ਖਰਾਬੀ ਹੋਏਗੀ। ਸਿਰਸਾ ਸਾਹਿਬ ਕਹਿੰਦੇ ਹੁਣ ਜਦੋਂ ਤੋਂ ਕਿਸਾਨਾਂ ਦੀ ਰਿਹਾਈਆਂ ਹੋਈਆਂ ਨੇ, ਇਹ MRI ਸੈਂਟਰ ਹੋ ਗਏ, ਡਾਇਲਿਸਿਸ ਸੈਂਟਰ ਹੋ ਗਏ, ਉਸ ਤੋਂ ਬਾਅਦ ਦਿੱਲੀ ਕਮੇਟੀ ਦਾ ਅਕਸ ਵੱਡਿਆ ਹੈ, ਕਿਉਂਕਿ ਹਰ ਕਿਸੇ ਦੇ ਜ਼ੁਬਾਨ ਤੇ ਹੈ ਕਿ ਬਈ ਇਹ ਜੇ ਕੰਮ ਹੋਏ ਨੇ ਦਿੱਲੀ ਕਮੇਟੀ ਦੇ, ਉਹਨਾਂ ਦਾ ਕਹਿਣਾ ਇਹੀ ਹੈ। ਵੀਰ ਜੀ ਮੈਂ ਡਾਇਲਿਸਿਸ ਸੈਂਟਰ ਦੀ ਆਪ ਜੀ ਨੂੰ ਗੱਲ ਦੱਸੀ, MRI 50 ਰੁਪਏ ਦੇ ਵਿੱਚ BPL ਕਾਰਡ ਕਿੰਨੇ ਸਿੱਖਾਂ ਕੋਲ ਹੈ? ਮੈਂ ਦੱਸੋ ਨਾ। ਸਾਰਿਆਂ ਦੇ ਵਾਸਤੇ ਕਹੀਏ? ਨਹੀਂ ਵੀਰ ਜੀ, ਨਹੀਂ, ਸਾਰਿਆਂ ਦੇ ਵਾਸਤੇ। देयर इज अ स्लैब। ਉਹ ਕਹਿੰਦੇ ਕੋਈ ਵੀ ਧਰਮ ਦਾ ਹੋਵੇ ਉਹ ਆ ਕੇ ਕਰਾ ਸਕਦਾ। ਨਹੀਂ ਬੇਟੀ, देयर इज अ स्लैब। 50 ਰੁਪਏ 750 1500 ਦਾ ਸਲੈਬ ਹੈਗਾ ਉੱਥੇ। ਸੌਰੀ, ਉੱਥੇ ਸਲੈਬ ਹੈਗਾ। ਉਹ ਤੇ ਫਿਰ ਪ੍ਰਧਾਨ ਦੇ ਸਾਹਮਣੇ ਜਾ ਕੇ ਕਰਨਾ ਪਏਗਾ। ਜਿਵੇਂ ਸਿੱਖ ਬੱਚੇ ਜਾਂਦੇ ਨੇ ਮੈਂਬਰ ਦੇ ਅੱਗੇ ਧੱਕੇ ਖਾਂਦੇ ਨੇ, ਜੀ ਸਾਡੀ ਫੀਸ ਕਰ ਦਿਓ ਜੀ, ਐਵੇਂ ਕਰ ਦਿਓ ਜੀ, ਉਵੇਂ ਕਰ ਦਿਓ। ਮੇਰੇ ਹਿਸਾਬ ਨਾਲ ਸਾਨੂੰ ਅਗਰ ਸਰਕਾਰਾਂ ਮਿਨੋਰਟੀਜ਼ ਨੂੰ ਫਾਇਦਾ ਦਿੰਦੀਆਂ ਨੇ, ਸਭ ਤੋਂ ਪਹਿਲੇ ਜਿਹੜਾ ਇਹਨਾਂ ਨੇ ਗਲਤ ਕੰਮ ਕੀਤਾ, ਮਿਨੋਰਟੀ ਦਾ ਜਿਹੜਾ ਆਫਿਸ ਸੀ ਉਹਨੂੰ ਇੱਥੋਂ ਨਹੀਂ ਛੱਡਣਾ ਚਾਹੀਦਾ ਸੀ। ਠੀਕ ਹੈ, ਹਰੀਨਗਰ ਸਕੂਲ ਦੀ ਪ੍ਰੋਬਲਮ ਸੀ ਤੁਹਾਡੀ, देयर इज लॉट ऑफ इंफ्रास्ट्रक्चर देयर ऑफ दिल्ली कमेटी। ਸੁੱਖੋ ਖਾਲਸਾ ਦੇ ਪਿੱਛੇ ਜਾ ਕੇ ਦੇਖੋ ਹਾਲ ਕੀ ਹੈਗਾ ਬਿਲਡਿੰਗ ਦਾ। ਅੱਜ ਤੱਕ ਉਹਨੂੰ ਕੋਈ ਯੂਜ਼ ਹੀ ਨਹੀਂ ਕਰ ਪਾਇਆ। ਕਿਉਂ ਨਹੀਂ ਕੀਤਾ ਯੂਜ਼? ਉਹ ਇਨਫਰਾਸਟ੍ਰਕਚਰ ਖਰਾਬ ਹੈ। ਤੁਹਾਡਾ ਕੋਲ ਇਨਫਰਾਸਟ੍ਰਕਚਰ ਹੈ, ਤੁਸੀਂ ਯੂਜ਼ ਕਰੋ ਉਹਨੂੰ ਆਫਿਸ ਬਣਾ ਦਿਓ ਮਿਨੋਰਟੀ ਦਾ, ਔਰ ਅਵੇਅਰਨੈਸ ਦਿਓ ਪੂਰੇ ਸਿੱਖ ਜਗਤ ਵਿੱਚ, ਦਿੱਲੀ ਦੇ ਬੰਦਿਆਂ ਨੂੰ ਕਿ ਭਈਆ ਇਹ ਜਾ ਕੇ ਭਈਆ ਆ ਕੇ ਆਪਣਾ ਮਿਨੋਰਟੀ ਦੇ ਫਾਰਮ ਭਰੋ, ਜਿਹਦੀ ਨਹੀਂ ਆ ਰਹੀ ਉੱਥੇ ਇੰਨੇ ਤੁਹਾਡੇ ਕੋਲ, ਤੁਸੀਂ ਕਹਿੰਦੇ ਹੋ ਐਕਸਟਰਾ ਸਟਾਫ ਹੈਗਾ, ਤੁਸੀਂ ਇੰਪਲੋਏ ਕਰੋ ਨਾ ਉੱਥੇ। ਕਿਉਂ ਨਹੀਂ ਡਿਪਲੋਏ ਕਰਦੇ? ਕਰਨੇ ਚਾਹੀਦੇ ਨੇ। ਤੁਹਾਡਾ ਸਟਾਫ ਵੀ ਕੰਮ ਆਏਗਾ ਤੇ ਤੁਹਾਡਾ ਮਿਨੋਰਟੀ ਦੇ ਬੱਚਿਆਂ ਦੇ ਸਿੱਖ ਬੱਚੇ ਪੜ੍ਹਨਗੇ, IAS IPS, ਕੋਈ ਕੁਝ ਫਾਰਮਾਸਿਸਟ ਬਣੇਗਾ, ਕੋਈ ਡਾਕਟਰ ਬਣੇਗਾ, ਕੋਈ MNC ਜੌਬ ਕਰੇਗਾ, ਕੁਛ ਤੇ ਕਰੇਗਾ। ਦੂਜੀ ਆ ਗਈ ਤੁਹਾਡੀ ਕਿਸਾਨਾਂ ਦੀ ਗੱਲ। ਭਾਜੀ ਕਿਸਾਨਾਂ ਦੀ ਨਾ ਜਿਹੜੀ ਅੱਜ ਤੁਸੀਂ ਮੇਰੇ ਹਿਸਾਬ ਨਾਲ ਜੋ ਮੈਂ ਮੀਡੀਆ ਤੋਂ ਦੇਖਦਾ ਵਾਂ, 6000 ਬੱਚਿਆਂ ਦਾ ਕਿਹਾ ਜਾਂਦਾ ਹੈ ਦਿੱਲੀ ਦੇ ਬੱਚਿਆਂ ਦਾ ਹਾਲ, ਜੋ ਜਿਨ੍ਹਾਂ ਦੇ ਦਿੱਲੀ ਹੋਏ, ਪੰਜਾਬ ਹੋਏ, ਸਿੱਖ ਬੰਦਿਆਂ ਨੂੰ ਹਰਾਸ ਕੀਤਾ ਗਿਆ, ਉਹਨਾਂ ਦੇ ਕੇਸ ਬਣਾਏ ਗਏ। ਭਾਜੀ ਕੇਸ ਤੇ ਤੁਸੀਂ ਵੀ ਵਕੀਲ ਖੜਾ ਕਰ ਦੋਗੇ, ਜ਼ਮਾਨਤ ਹੋ ਜਾਏਗੀ, ਲਾਅ ਪੁਆਇੰਟ ਤੇ ਹੋਣੀ ਹੈ। ਬਿਲਕੁਲ ਠੀਕ ਹੈ ਜੀ। ਦੂਜੀ ਗੱਲ, ਅੱਜ 15 ਸਾਲ ਕੇਸ ਚੱਲੇਗਾ, ਸਿਰਸਾ ਸਾਹਿਬ ਹੋਣ ਨਾ ਹੋਣ, GK ਸਾਹਿਬ ਹੋਣ ਨਾ ਹੋਣ, ਮੈਂ ਹੋਵਾਂ ਨਾ ਹੋਵਾਂ, ਤੇ ਉਹ ਵਿਚਾਰੇ ਤੇ 50 ਗਜ ਦਾ ਮਕਾਨ ਵਿਕ ਜਾਏਗਾ ਉਹਦਾ ਤਾਂ ਵਿਚਾਰੇ ਦਾ। ਸਾਡੇ ਪ੍ਰਧਾਨ ਜੀ ਨੇ ਇੱਕੋ ਗੱਲ ਕਹੀ ਹੈ, ਜਿਸ ਤਰ੍ਹਾਂ ਹੀ ਸਾਡੀ ਪਾਰਟੀ ਦਿੱਲੀ ਕਮੇਟੀ ਵਿੱਚ ਸੇਵਾ ਵਿੱਚ ਆਏਗੀ ਤੇ ਅਸੀਂ ਸਰਕਾਰ ਨਾਲ ਲੜ ਕੇ ਕੇਸ ਖਤਮ ਕਰਾਵਾਂਗੇ। ਸਭ ਤੋਂ ਪਹਿਲੇ ਕਿ ਉਹ ਉਹਨਾਂ ਦੇ ਵਿਚਾਰੇ ਦੇ MNC ਨੌਕਰੀ ਲੈਣਗੇ, ਕਰੈਕਟਰ ਸਰਟੀਫਿਕੇਟ ਲੱਗਦਾ ਉੱਥੇ। MNC 'ਚ ਨੌਕਰੀ ਕਰੋਗੇ ਨਾ। ਪ੍ਰਧਾਨ ਸਾਹਿਬ ਦੇ ਉੱਤੇ ਆਪ ਕੇਸ ਦੇ ਜਿਹੜੇ ਉਹ ਲੱਗੇ ਨੇ, FIR ਪ੍ਰਧਾਨ ਸਾਹਿਬ ਦੇ ਉੱਤੇ ਵੀ ਨੇ, ਉਹਨਾਂ ਨੂੰ ਵੀ ਜਿਹੜਾ ਉਹੀ ਮੈਂ ਕਹਿ ਰਿਹਾ ਕਿ ਜਿੱਦਾਂ ਤੋਂ ਤੁਸੀਂ ਆਈਡਲ ਮੰਦਲ ਸੁਣ ਕੇ ਦੇਖੋ, ਮੇਰਾ ਸਵਾਲ ਸੁਣ ਕੇ ਮਿਰਚਾਂ ਜ਼ਰੂਰ ਲੱਗਣਗੀਆਂ, ਪਰ ਇਹ ਹੈ ਕਿ ਉਹਨਾਂ ਦੇ ਉੱਤੇ ਵੀ ਆਰੋਪ ਲੱਗੇ ਨੇ, ਉਹਨਾਂ ਨੂੰ ਵੀ ਗੋਲਕ ਚੋਰ ਦੇ ਨਾਮ ਤੋਂ, ਇਸ ਤਰੀਕੇ ਨਾਮ ਤੋਂ ਕਿਤੇ ਨਾ ਕਿਤੇ ਵਾਇਰਲ ਗੱਲਾਂ ਹੋਈਆਂ ਨੇ। ਵੀਰ ਜੀ ਮੈਂ ਮਿਰਚਾਂ ਨਹੀਂ ਲੱਗਦੀਆਂ, ਮੈਂ ਗੁੜ ਬਹੁਤ ਖਾਣਾ। ਸਿੱਧੀ ਜੀ ਗੱਲ ਹੈ, ਗੁੜ ਖਾ ਕੇ ਹੀ ਆਪਾਂ ਚੱਲਦੇ ਹਾਂ। ਤੇ ਕਹਿੰਦਾ ਨਹੀਂ ਮੈਂ ਉਹਦਾ ਜਵਾਬ ਦੇ ਰਿਹਾ ਵਾਂ। ਸਭ ਤੋਂ ਪਹਿਲੇ ਐਲੀਗੇਸ਼ਨ ਲੱਗਾ ਸੀ ਉਹਨਾਂ ਤੇ, ਐਲੀਗੇਸ਼ਨ ਜਦ ਲੱਗਾ ਤੇ ਉਹਨਾਂ ਨੇ ਰਿਜ਼ਾਈਨ ਕਰਤਾ। ਅੱਜ ਤੇ FIR ਦਰਜ ਹੋ ਗਈਆਂ ਤੇ ਰਿਜ਼ਾਈਨ ਨਹੀਂ ਹੋਏ, ਐਲੀਗੇਸ਼ਨ ਦੇ ਉੱਪਰ ਰਿਜ਼ਾਈਨ ਹੋ ਗਿਆ। 2 ਕਲੋਜ਼ਰ ਰਿਪੋਰਟ ਸਬਮਿਟ ਹੋਈਆਂ। ਤੀਜੀ ਗੱਲ, ਮੇਰੇ ਖਿਆਲ ਨਾਲ ਆਪ ਜੀ ਨੂੰ ਤੇ ਮੇਰੇ ਤੋਂ ਜ਼ਿਆਦਾ ਪਤਾ ਹੋਏਗਾ, ਇੱਕ ਮੀਟਿੰਗ ਹੋਈ ਸੀ ਅਕਾਲ ਤਖਤ ਸਾਹਿਬ ਜਥੇਦਾਰ ਜੀ ਦੇ ਸਾਹਮਣੇ, ਠੀਕ ਹੈ ਜੀ। ਉਹਦੇ ਵਿੱਚ ਮੌਜੂਦਾ ਪ੍ਰਧਾਨ, ਐਕਸ ਪ੍ਰਧਾਨ ਸਾਰੇ ਇਕੱਠੇ ਹੋਏ ਸੀ, ਕਾਲਕਾ ਜੀ ਵੀ ਉੱਥੇ ਸੀ, ਸਭ ਸੀ ਉੱਥੇ। 10 ਲੱਖ ਦੀ ਗੱਲ ਆਈ। GK ਸਾਹਿਬ ਨੇ ਹਿੱਤ ਸਾਹਿਬ ਨੂੰ ਪੁੱਛਿਆ ਜੀ ਕਿ 10 ਲੱਖ ਰੁਪਈਆ ਕਿੱਥੇ ਹੈਗਾ ਸੀ? 10 ਲੱਖ ਰੁਪਇਆ ਮੈਂ ਲੈ ਗਿਆ ਜਿਹੜਾ GT-BTI ਅੱਜ ਬਚਿਆ ਨਾ ਜੀ, ਸਰਦਾਰ ਮਨਜੀਤ ਸਿੰਘ GK ਦੀ ਵਜ੍ਹਾ ਨਾਲ। ਤੇ ਹਿੱਤ ਸਾਹਿਬ ਨੇ ਵੀ ਕਿੱਥੇ ਨਾ ਕਿੱਥੇ ਆਪਾਂ ਮੰਨਦੇ ਹਾਂ। ਦੇਖੋ ਇਹਦੇ 'ਚ ਰਾਜਨੀਤੀ ਨਹੀਂ ਹੈ, ਸਾਡਾ ਸਕੂਲਾਂ ਦਾ, ਸਕੂਲ ਜਾਂ ਕਾਲਜ ਬੱਚੇ ਨਾ ਜਿਹਨੇ ਸੇਵਾ ਕੀਤੀ ਉਹਨੇ ਮਿਹਨਤ ਕੀਤੀ ਹੈ।
ਠੀਕ ਹੈ ਨਾ ਜੀ। ਹਿੱਸਾ ਸਾਹਿਬ ਨੇ ਵੀ ਕੁਝ ਮਿਹਨਤ ਕੀਤੀ ਉਹਦੇ ਵਿੱਚ, ਔਰ ਸਾਡਾ GTBTI 650 ਬੱਚਾ ਪੜ ਰਿਹਾ ਹੈ। ਠੀਕ ਹੈ ਜੀ। ਉਹ 10 ਲੱਖ ਰੁਪਈਆ ਹਿੱਸਾ ਸਾਹਿਬ ਨੇ ਕਿਹਾ ਮੈਂ ਲੈ ਕੇ ਗਿਆ ਸੀ। ਕਲੀਅਰ ਹੋ ਗਈ ਪਿਕਚਰ। ਠੀਕ ਹੈ। ਦੂਜੀ ਪਿਕਚਰ ਆ ਜਾਓ ਜੀ, ਜਿਹੜੀ ਚਿੱਠੀ ਦਿੱਤੀ ਸੀ ਹਿੱਸਾ ਸਾਹਿਬ ਨੂੰ, ਜਿਹਦੇ ਵਿੱਚ 2 ਫੌਂਟ ਸੀ ਤੇ ਸਰਦਾਰ ਮਨਜੀਤ ਸਿੰਘ ਜੀਕੇ ਦੇ ਸਾਈਨ ਕੀਤੇ ਗਏ ਸੀ। ਉਹਦੇ ਪੁੱਛਿਆ ਗਿਆ ਜੀ ਜੀਕੇ ਸਾਹਿਬ ਨੇ, ਉਹਨੇ ਜੀਕੇ ਸਾਹਿਬ ਨੇ ਕਿਹਾ ਹਿੱਸਾ ਸਾਹਿਬ ਚਿੱਠੀ ਕਿਹਨੇ ਦਿੱਤੀ? ਕਹਿੰਦੇ ਸਰਦਾਰ ਸਿਰਸਾ ਜੀ ਨੇ ਮੈਨੂੰ ਦਿੱਤੀ। ਤੇ ਸਾਈਨ ਵੀ ਤਾਂ ਠੀਕ ਹੈ ਨਾ, ਤੇ ਸਾਈਨ ਡੁਪਲੀਕੇਟ ਸੀ। ਲੇਕਿਨ ਉਹ ਕਹਿੰਦੇ ਕਿ ਸਾਈਨ ਸੀਗੇ, ਬਕਾਇਦਾ ਉਹ ਕਹਿੰਦੇ ਸਾਈਨ ਸੀਗੇ, ਮੈਂ ਤਾਂ ਸਾਈਨ ਨੂੰ ਪ੍ਰਧਾਨ ਦੇ ਸਾਈਨ ਦੇਖ ਕੇ ਸਾਈਨ ਕੀਤੇ। ਮੈਂ ਉਹਦੇ ਤਾਂ ਸਾਈਨ ਤਾਂ ਹੈ ਹੀ ਨਹੀਂ ਨਾ। ਸਿਰਫ ਉਸ ਚਿੱਠੀ ਤੁਸੀਂ ਚਿੱਠੀ ਸ਼ਾਇਦ ਦੇਖੀ ਨਹੀਂ ਆਪਨੇ, ਉਹ ਚਿੱਠੀ ਬਣੀ ਸੀ ਦਿੱਲੀ ਕਮੇਟੀ ਉੱਪਰੋਂ ਆਫਿਸ ਤੋਂ। ਉਹਦੇ ਦੋਨੋਂ ਫੌਂਟ ਅਲੱਗ ਸੀ, ਤੇ ਉਹ ਤਾਂ 2 ਫੌਂਟ ਹੀ ਅਲੱਗ ਹੋ ਜਾਣ ਤੇ ਡੀਪਲੀ ਜਾ ਕੇ ਜਦੋਂ ਵੇਖੋ, ਕਿਉਂਕਿ ਜਦੋਂ ਕੋਈ ਵੀ ਚੀਜ਼ ਵਾਇਰਲ ਐਲੀਗੇਸ਼ਨ ਕਿਸੇ ਦੇ ਉੱਪਰ ਲਗਾਓ ਨਾ, ਹਮੇਸ਼ਾ ਦੇਖੋ ਐਲੀਗੇਸ਼ਨ ਤੇ ਆਪਾਂ ਸੋਚ ਨਹੀਂ ਰੱਖਦੇ, ਅਸੀਂ ਸੋਚ ਰੱਖਦੇ ਹਾਂ, ਮੈਂ ਸੋਚਦਾ ਵਾਂ ਆਪਣੀ ਪੋਜ਼ਿਟਿਵਿਟੀ। ਠੀਕ ਹੈ, ਅਸੀਂ ਕੀ ਕਰਨਾ ਹੈ ਉਹ ਦੱਸਣਾ ਚਾਹੀਦਾ। ਅਸੀਂ ਇਹ ਕਰਨਾ ਹੈ, ਇਹ ਕਰਨਾ ਹੈ, ਇਹ ਕਰਨਾ ਹੈ। ਅਸੀਂ ਸਕੂਲਾਂ ਦਾ ਮਿਆਰ ਉੱਚਾ ਕਰਨਾ ਹੈ। ਜਿਹੜੇ ਐਕਸਟਰਾ ਸਟਾਫ ਹੈਗੇ ਨੇ, ਸਾਡਾ ਮੈਨੀਫੈਸਟੋ ਆਏਗਾ, ਜੀਕੇ ਸਾਹਿਬ ਦੇ ਵਿਜ਼ਨ ਆਏਗਾ ਪੂਰਾ। ਪਹਿਲੇ ਸੇਵਾ ਦਾ ਕਾਫਲਾ ਆਇਆ ਉਹਨਾਂ ਦਾ 71 ਸਾਲ ਦਾ, ਜੋ ਜਥੇਦਾਰ ਸੰਤੋਖ ਸਿੰਘ ਜੀ ਨੇ ਕੀਤਾ। ਅੱਜ ਪੰਥ ਨੂੰ ਪੌਂਟਾ ਸਾਹਿਬ ਗੁਰਦੁਆਰਾ ਜਿਹੜਾ ਹੈਗਾ ਪੰਥ ਕੋਲ ਹੈਗਾ, ਤੇ ਉਹਨਾਂ ਦੀ ਵਜ੍ਹਾ ਨਾਲ ਮੰਤਾ ਕੋਲ ਹੁੰਦਾ। ਮਜਨੂ ਟੀਲੇ ਗੁਰਦੁਆਰਾ ਜਿਹੜਾ ਅੱਜ ਹੈਗਾ, ਉਹ ਵੀ ਉਹਨਾਂ ਦੇ ਉੱਪਰ ਕੇਸਿਸ ਲੱਗੇ ਬੜੇ ਸਾਰੇ, ਸੰਤੋਖ ਸਿੰਘ ਜੀ ਤੇ। ਉਸ ਤੋਂ ਬਾਅਦ ਜੀਕੇ ਸਾਹਿਬ ਨੂੰ ਵੀ ਜਦ ਇਹ ਜਿਹੜੀ ਸਿਸਟਮ ਚਾਲੂ ਹੋਇਆ, ਜਦ 2017 ਦੀ ਇਲੈਕਸ਼ਨ ਸੀ ਪੰਜਾਬ ਦੇ ਵਿੱਚ, ਇਹ ਸਿਸਟਮ ਉੱਥੋਂ ਚਾਲੂ ਹੋਇਆ। ਜਦ ਉਹਨਾਂ ਨੇ ਉੱਥੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜੀਕੇ ਸਾਹਿਬ ਨੇ ਕਿਹਾ ਕਿ ਸਾਨੂੰ ਡੇਰੇ ਦੀ ਲੋੜ, ਵੋਟਾਂ ਦੀ ਲੋੜ ਨਹੀਂ ਹੈ। ਗੱਲ ਉੱਥੋਂ ਸਟਾਰਟ ਹੋਈ, ਉੱਥੋਂ ਹੀ ਖੱਟ ਮਿੰਟ ਚਾਲੂ ਹੋ ਗਈ। ਸਿੱਧੀ ਜੀ ਗੱਲ ਹੈ। ਇਹ ਤੇ ਹਰ ਇੱਕ ਸਿੱਖ ਸੋਚ ਸਕਦਾ। ਬਾਕੀ ਮੇਰਾ ਸਵਾਲ ਹੈ, ਜੇ ਮੈਂ ਖੜਾ ਵਾਂ ਇਲੈਕਸ਼ਨ ਦੇ ਵਿੱਚ, ਸੇਵਾ ਵਾਸਤੇ ਖੜਾ ਵਾਂ, ਮੇਰੀ ਤਿਲਕ ਨਗਰ ਜਿਹੜੀ ਆਪਣਾ ਸੰਗਤ ਹੈ ਸਾਰੀ ਗੁਰੂ ਦੀ, ਜਾਗੋ ਪਾਰਟੀ ਅਗਰ ਕੁਝ ਇਸ ਤਰੀਕੇ ਕਹੋਗੇ, ਤੁਸੀਂ ਉਸ ਦੇ ਖਿਲਾਫ ਵੀ ਆਵਾਜ਼ ਚੁੱਕੋਗੇ? ਅਗਰ ਜਾਗੋ ਪਾਰਟੀ ਦੇ ਵਿੱਚ ਅਗਰ ਇਸ ਤਰੀਕੇ ਕੱਲ ਨੂੰ ਕੋਈ ਇਦਾਂ ਦੀ ਗੱਲ ਹੁੰਦੀ ਹੈ? ਬਿਲਕੁਲ। ਅਸੀਂ ਪਹਿਲੇ ਅਸੀਂ ਸਿੱਖ ਹਾਂ, ਫਿਰ ਜਾਗੋ ਜਾਂ ਦੂਜੀ ਪਾਰਟੀ ਹੈਗੇ ਆ। ਅਸੀਂ ਮੇਰੀ ਗੱਲ ਨੂੰ ਸਮਝਣਾ, ਪਹਿਲੇ ਸਿੱਖ ਹੈ, ਸਾਡਾ ਫਰਜ਼ ਹੈਗਾ ਪਹਿਲੇ ਸਿੱਖ ਹੋਣ ਦਾ। ਅਸੀਂ ਐਜ਼ ਏ ਸਿੱਖ ਅਸੀਂ ਗੱਲ ਕਰਨੀ ਹੈ, ਪਹਿਲੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰਨੀ ਹੈ। ਸਾਨੂੰ ਸਮਝ ਆਈ ਕਿ ਜੀਕੇ ਸਾਹਿਬ ਤੋਂ ਵੱਡਾ ਪ੍ਰਧਾਨ ਨਹੀਂ ਹੋ ਸਕਦਾ, ਕਿਉਂਕਿ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਦੋਨੋਂ ਗੱਲ ਕਰਦੇ ਨੇ। ਤੇ ਜਿਹੜੇ ਦੋਨੋਂ ਪਾਰਟੀਆਂ ਨੇ, ਇੱਕ ਗੁਰੂ ਗ੍ਰੰਥ ਦਾ ਦੋਖੀ ਹੈ, ਗੁਰੂ ਪੰਥ ਦਾ ਦੋਖੀ ਹੈ। ਸਿੱਧੀ ਜੀ ਗੱਲ ਹੈ। ਜਾਗੋ ਪਾਰਟੀ ਜਿੱਤਦੀ ਹੈ, ਸਰਦਾਰ ਕਵਲਜੀਤ ਸਿੰਘ ਜੋਲੀ ਜਿੱਤਦੇ ਨੇ, ਕੀ ਆਪਣਾ ਜਿਹੜੇ ਕੀ ਹੈ ਸੇਵਾ ਕਿਸ ਤੌਰ ਤੇ ਨਿਭਾਣਗੇ? ਜੇ ਮੰਨ ਲਓ ਜਾਗੋ ਪਾਰਟੀ ਨਹੀਂ ਜਿੱਤੀ, ਅਗਰ ਕਵਲਜੀਤ ਸਿੰਘ ਜੋਲੀ ਜਿੱਤ ਜਾਂਦੇ ਨੇ, ਤੇ ਆਪਣੀ ਕੀ ਭੂਮਿਕਾ ਰਹੇਗੀ ਆਪੋਜੀਸ਼ਨ ਦੇ ਵਿੱਚ? ਦੋਨੋਂ ਸਵਾਲ ਇੱਕੋ ਹੀ ਨੇ, ਮਤਲਬ ਦੋਨੋਂ ਸਵਾਲ ਇਕੱਠੇ ਨੇ, ਕਿਸ ਹਿਸਾਬ ਨਾਲ ਦੇਖਦੇ? ਵੀਰ ਜੀ ਦੇਖੋ, ਜਿੱਤ ਹਾਰ ਤੇ ਅਕਾਲ ਪੁਰਖ ਨੂੰ ਪਤਾ ਕੀ ਹੋਣਾ ਹੈ। ਆਪਾਂ ਸੇਵਾ ਪਹਿਲੇ ਵੀ ਕੀਤੀ ਹੈ, ਅੱਗੇ ਵੀ ਕਰਦੇ ਰਹਾਂਗੇ। ਤਿਲਕ ਨਗਰ ਦੀ ਜਿਹੜੀ ਸੰਗਤ ਹੈ, ਸਾਡੀ ਸੋਚ ਹੈਗੀ ਹੈ ਜਿਹੜੀ ਐਜੂਕੇਸ਼ਨ ਦੇ ਉੱਪਰ ਮਿਹਨਤ ਕਰਨੀ ਹੈ, ਅਸੀਂ ਮਿਨੋਰਟੀ ਦੇ ਉੱਪਰ ਮਿਹਨਤ ਕਰਨੀ ਹੈ, ਅਸੀਂ ਉਹ ਕਰਦੇ ਰਹਾਂਗੇ। ਜਿੱਤ ਹਾਰ ਉਸ ਅਕਾਲ ਪੁਰਖ ਨੂੰ ਪਤਾ ਕੀ ਹੋਣਾ ਹੈ, ਅਸੀਂ ਮਿਨੋਰਟੀ ਦੇ ਉੱਪਰ ਜਾਣਾ ਹੈ। ਠੀਕ ਹੈ ਜੀ। ਜੇ ਆਪੋਜੀਸ਼ਨ ਵਿੱਚ ਰਹੇ ਤਾਂ ਵੀ ਮਿਨੋਰਟੀ ਦਾ ਕੰਮ ਕਰਾਂਗੇ, ਸਰਕਾਰ ਕੋਲ ਲੈ ਆਵਾਂਗੇ ਜਾ ਕੇ। ਮਿਹਨਤ ਕਰਨੀ ਹੈ ਨਾ। ਦੇਖੋ, ਮੇਰੇ ਐਜੂਕੇਟਿਡ ਹੋਣ ਦਾ ਫਾਇਦਾ ਤਾਂ ਹੀ ਹੈ ਨਾ ਕਿ ਮੈਨੂੰ ਪਤਾ ਹੋਵੇ ਮੇਰੇ ਰਾਈਟਸ ਕੀ ਨੇ। ਮੈਨੂੰ ਪਤਾ ਹੈ ਕਿ ਮੈਂ ਉਸ ਥਰੂ ਨਹੀਂ ਜਾ ਸਕਦਾ, ਮੈਂ ਸਰਕਾਰ ਦੇ ਥਰੂ ਵੀ ਜਾ ਸਕਦਾ ਵਾਂ। ਮੈਂ ਸਰਕਾਰ ਕੋਲ ਜਾਵਾਂਗਾ। ਡਿਪਾਰਟਮੈਂਟ, ਰੈਵਨਿਊ ਡਿਪਾਰਟਮੈਂਟ ਸ਼ਿਫਟ ਕਰ ਦਿੱਤਾ ਉਹਨਾਂ ਨੇ ਹੁਣ। ਪਹਿਲੇ ਮਿਨੋਰਟੀ ਡਿਪਾਰਟਮੈਂਟ ਅਲੱਗ ਸੀ, ਹੁਣ ਰੈਵਨਿਊ ਡਿਪਾਰਟਮੈਂਟ ਸ਼ਿਫਟ ਕਰਤਾ ਉਹਨਾਂ ਨੇ। ਤੇ ਮੇਰੇ ਖਿਆਲ ਨਾਲ ਮਿਸਿਸ ਆਤੀਸ਼ੀ ਜਿਹੜੇ ਹੈਗੇ ਨੇ, ਉਹ ਉਸ ਨੂੰ ਹੈਡ ਕਰ ਰਹੇ ਨੇ ਸ਼ਾਇਦ। ਤੇ ਮੈਂ ਉਹਨਾਂ ਕੋਲ ਜਾਵਾਂਗਾ। ਆਪਣੀ ਕੌਮ ਦੀ ਸੇਵਾ ਕਰਨੀ ਵੀਰ ਜੀ, ਉਹ ਤੇ ਕਰਾਂਗੇ। ਤੇ ਇਹ ਸੇਵਾ ਵਾਸਤੇ ਹੀ ਅੱਗੇ ਆਏ ਆ। ਤਿਲਕ ਨਗਰ ਜਿਹੜੀ ਸੰਗਤ ਜਿਹੜੀ ਹੈ, ਗੁਰੂ ਰੂਪ ਸਾਧ ਸੰਗਤ ਹੈ, ਉਹਨਾਂ ਨੇ ਹੀ ਕਿਹਾ ਐਤਕੀ ਜੋਲੀ ਵੀਰ ਤੂੰ ਖੜੇ ਹੋਣਾ ਹੈ। ਮੇਰੇ ਵੀਰ ਤੁਸੀਂ ਆਪਣਾ ਜਾ ਕੇ ਦੇਖ ਲਓ, ਮੇਰੇ ਆਫਿਸਿਸ ਆਪਣਾ ਇੱਥੇ ਵੀ ਹੈਗੇ ਨੇ, ਬਾਹਰ ਬੈਠੇ ਨੇ। ਤੇ ਇਹ ਸਾਡਾ ਇੱਕ ਪਰਿਵਾਰ ਹੈ। ਮੈਂ ਸੰਤ ਨਗਰ ਐਕਸਟੈਂਸ਼ਨ ਸੇਵਾ ਵਿੱਚ ਇੱਥਾ, ਮੇਰੇ ਖਿਆਲ ਨਾਲ ਮੈਨੂੰ 20-22 ਸਾਲ ਹੋ ਗਏ ਨੇ। ਉਹਦੇ 'ਚ ਮੈਨੂੰ ਪ੍ਰਧਾਨ, ਸਾਡੇ ਵਿੱਚ ਕੋਈ ਪ੍ਰਧਾਨ ਸਕੱਤਰ ਕੁਛ ਨਹੀਂ ਹੈ, ਸਭ ਪ੍ਰਧਾਨ ਨੇ, ਸਭ ਸਕੱਤਰ ਨੇ। ਅਸੀਂ ਸੇਵਾ ਕਰ ਰਹੇ ਹਾਂ, ਸੇਵਕ ਜੱਥੇ ਬਣਾ ਕੇ। ਸੇਵਾ ਪਹਿਲੇ ਵੀ ਕਰਦੇ ਆਏ ਹਾਂ ਅਸੀਂ। ਸੇਵਕ ਜੱਥੇ ਦੇ ਦੌਰਾਨ ਅਸੀਂ ਪਿੱਛੇ ਹਰ ਸਾਲ ਆਪਾਂ ਜਿਹੜਾ ਸ਼ਹੀਦੀ ਹਫਤਾ ਹੁੰਦਾ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ, ਅਸੀਂ ਦੁੱਧ ਦਾ ਲੰਗਰ ਲਗਾਉਂਦੇ ਹਾਂ। ਉੱਥੇ ਕਿਤਾਬਾਂ ਵੰਡੀਆਂ ਜਾਂਦੀਆਂ ਨੇ ਬਕਾਇਦਾ ਬੱਚਿਆਂ ਨੂੰ। ਉਸ ਤੋਂ ਬਾਅਦ ਅਸੀਂ ਜਦ ਪਰਮਜੀਤ ਸਿੰਘ ਰਾਣਾ ਚੇਅਰਮੈਨ ਸੀ ਧਰਮ ਪ੍ਰਚਾਰ ਦੇ, ਮੈਂ ਉਹਨਾਂ ਕੋਲ ਕਿਤਾਬਾਂ ਲੈ ਕੇ ਇਤਿਹਾਸ ਦੀਆਂ ਬੱਚਿਆਂ 'ਚ ਵੰਡੀਆਂ ਨੇ। ਮੇਰੇ ਕੋਲ ਪ੍ਰੂਫ ਹੈ, ਆਈ ਹੈਵ ਦਾ ਫੋਟੋਗ੍ਰਾਫਸ ਆਲ ਹੈ, ਦੇਖੋ ਸਭ ਕੁਝ ਹੈ ਮੇਰੇ। ਹਾਂ। ਤੇ ਉਸ ਤੋਂ ਬਾਅਦ ਆਪਾਂ, ਜਿਸ ਤਰ੍ਹਾਂ ਕਿਸੇ ਬੀਬੀ ਨੇ ਕਿਹਾ, ਬੀਬੀਆਂ ਨੇ ਜੱਥਾ ਹੈਗਾ ਜੀ, ਅਸੀਂ ਗੁਰਦੁਆਰਾ ਦਰਸ਼ਨ ਕਰਨ ਜਾਣਾ। ਜਿੰਨੀ ਸਮਰੱਥਾ ਹੈਗੀ ਆਪਣੇ ਗੁਰੂ ਨੇ ਬਖਸ਼ੀ ਹੈ, ਆਪਾਂ ਉਸ ਸਮਰੱਥਾ ਦੇ ਹਿਸਾਬ ਨਾਲ ਆਪਾਂ ਕੰਮ ਕਰੀਦਾ। ਦਰਸ਼ਨ ਵਾਸਤੇ ਵੀ ਗੁਰੂ ਇਤਿਹਾਸਕ ਗੁਰਦੁਆਰਿਆਂ ਦੇ, ਦਿੱਲੀ ਕਮੇਟੀ ਕੋਲ ਵੀ ਅਸੀਂ ਬੋਲਿਆ ਕਿ ਹਾਂਜੀ ਬੱਸ ਚਾਹੀਦੀ, ਇੱਕ ਬੱਸ ਉਹਨਾਂ ਕੋਲ ਲਈ, ਇੱਕ ਬੱਸ ਆਪ ਕੀਤੀ। ਐ ਨਹੀਂ ਕਿ ਆਪਣੇ ਵੱਲੋਂ ਵੀ ਪੁਸ਼ ਕਰੋ ਨਾਲ।
ਪਰਸਨਲ ਲੈਵਲ ਤੇ ਵੀ 2 ਬੱਸਾਂ ਕਰਕੇ ਅਸੀਂ ਪੌਂਟਾ ਸਾਹਿਬ ਦੇ ਦਰਸ਼ਨ ਰੈਗੂਲਰ ਕਰਾਉਣ ਜਾਂਦੇ ਆ। ਮਤਲਬ ਅਸੀਂ ਸੇਵਾ ਕਰਨੀ ਹੈ ਵੀਰ ਜੀ, ਠੀਕ ਹੈ ਨਾ। ਤੇ ਸਾਡੀ ਦੇਖੋ ਅਸੀਂ ਪਹਿਲੇ ਆਪਣਾ ਘਰ ਸੰਭਾਲੀਏ ਸਭ ਤੋਂ ਪਹਿਲੇ, ਕਿਉਂਕਿ ਅਸੀਂ ਜਾਣਾ ਹੈ ਜਿਸ ਪੋਸਟ ਦੇ ਉੱਪਰ ਜਾਂ ਜਿਸ ਜਗ੍ਹਾ ਤੇ ਜਾਣਾ ਹੈ ਨਾ, ਉੱਥੇ ਰਿਸਪੌਂਸਿਬਿਲਟੀ ਬਹੁਤ ਜ਼ਿਆਦਾ ਹੈ। ਅਸੀਂ ਉਹ ਮੋਢਿਆਂ ਤੇ ਸੰਭਾਲਣੀ ਹੈ। ਅਗਰ ਅਸੀਂ ਇੱਥੇ ਸੰਭਾਲੀਏ ਨਾ ਤਾਂ ਅੱਗੇ ਵੀ ਸੰਭਾਲਣ ਦੀ ਸਾਨੂੰ ਅਕਾਲ ਪੁਰਖ ਸ਼ਕਤੀ ਬਖਸ਼ੇ। ਕਰਦੇ ਆ ਕਿ ਜਿਹੋ ਜੀ ਤੁਹਾਡੀ ਸੋਚਣੀ ਹੈ, ਸਾਰੇ ਹੀ ਕੈਂਡੀਡੇਟਾਂ ਦੀ, ਸਾਰੇ ਹੀ ਮੈਂਬਰਾਂ ਦੀ ਇਹੀ ਸੋਚ ਬਣਦੇ। ਅਖੀਰ ਦੇ ਵਿੱਚ ਤਮਾਮ ਸਿੱਖ ਸੰਗਤ ਨੂੰ ਆਪਣਾ ਸੁਨੇਹਾ ਕੀ ਸਾਂਝਾ ਕਰਨਾ ਚਾਹੋਗੇ? ਦੇਖੋ ਜੀ, ਮੈਂ ਤੇ ਸਭ ਤੋਂ ਪਹਿਲੇ ਇਹ ਸਾਂਝਾ ਕਰਾਂਗਾ, ਕਰੋਨਾ ਮਾਂ ਬਿਮਾਰੀ ਹੈ, ਸਭ ਤੋਂ ਪਹਿਲੇ ਅਕਾਲ ਪੁਰਖ ਸਰਬਤ ਦਾ ਭਲਾ ਕਰੇ ਤੇ ਸਭ ਨੂੰ ਇਸ ਬਿਮਾਰੀ ਤੋਂ ਬਚਾ ਕੇ ਰੱਖੇ। ਤੇ ਦੂਜੀ ਗੱਲ ਇਹ ਹੈਗੀ ਹੈ, ਵੋਟਿੰਗ ਕਰਨ ਜ਼ਰੂਰ ਜਾਓ, ਵੋਟ ਜ਼ਰੂਰ ਪਾਓ ਕਿ ਸੱਚੀ ਤੇ ਅੱਛੀ ਜਿਹੜੀ ਉੱਥੇ ਪ੍ਰਧਾਨ ਬਣ ਸਕੇ ਤੇ ਸਿੱਖ ਕੌਮ ਦੀ ਸੇਵਾ ਅਸੀਂ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਨਾਲ ਕਵਲਜੀਤ ਸਿੰਘ ਜੌਲੀ, ਜਿਨ੍ਹਾਂ ਨੇ ਆਪਣੀ ਗੱਲਬਾਤ ਤੁਹਾਡੇ ਸਾਹਮਣੇ ਰੱਖੀ ਹੈ। ਤੁਸੀਂ ਜੁੜੇ ਰਹੋ ਸਿੱਖ ਚੈਨਲ ਦੇ ਨਾਲ। ਦਾਸ ਜਸਮੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।